वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 193। ਭਾਗ 9ਵਾਂ। ਆਪਣੇ ਦੇਸ਼ ਅੰਦਰ ਆਪਣਿਆਂ ਦੀ ਤਲਾਸ਼। ਅਣਕਿਆਸੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ। ਦੇਸ਼ ਪਹੁੰਚ ਕੇ ਗਦਰੀਆਂ ਸਾਹਮਣੇ ਪਹਾੜ ਜਿੱਡੇ ਕਾਰਜ ਪਏ ਸਨ। ਪਾਰਟੀ ਦੇ ਪ੍ਰਮੁੱਖ ਆਗੂਆਂ ਦੇ ਗ੍ਰਿਫਤਾਰ ਹੋ ਜਾਣ ਕਰਕੇ ਇਹਨਾਂ ਕਾਰਜਾਂ ਦਾ ਬੋਝ ਸਭ ਨਾਲੋਂ ਵੱਧ ਭਾਈ ਕਰਤਾਰ ਸਿੰਘ ਸਰਾਭਾ ਦੇ ਮਲੂਕ ਮੋਢਿਆਂ ਤੇ ਆਣ ਪਿਆ ਸੀ। ਜਥੇਬੰਦਕ ਕਾਰਜ। ਗਦਰ ਪਾਰਟੀ ਦੀ ਸਥਾਪਨਾ ਕਰਨ ਵੇਲੇ ਘੱਟੋ ਘੱਟ 5-6 ਸਾਲਾਂ ਦਾ ਸਮਾਂ ਮਿੱਥ ਕੇ ਕੰਮਾਂ ਦੀ ਵਿਉਂਤਬੰਦੀ ਕੀਤੀ ਗਈ ਸੀ, ਜਿਸ ਅਨੁਸਾਰ ਅਮਰੀਕਾ, ਕੈਨੇਡਾ ਅਤੇ ਧੁਰ ਪੂਰਬ ਦੇ ਟਾਪੂਆਂ ਅੰਦਰ ਪਾਰਟੀ ਦਾ ਮਜ਼ਬੂਤ ਢਾਂਚਾ ਖੜਾ ਕਰ ਲੈਣ ਤੋਂ ਬਾਅਦ ਭਾਰਤ ਅੰਦਰ ਵੀ ਉਸੇ ਨਮੂਨੇ ਤੇ ਕੰਮ ਕਰਨ ਦੀ ਕਲਪਨਾ ਕੀਤੀ ਗਈ ਸੀ। ਉਸ ਵਕਤ ਗਦਰੀ ਆਗੂਆਂ ਨੂੰ ਦੇਸ਼ ਦੀ ਆਮ ਜਨਤਾ ਤੋਂ ਇਲਾਵਾ ਕੁਝ ਬਾਰਸੂਖ ਕੌਮੀ ਆਗੂਆਂ ਵੱਲੋਂ ਵੀ ਪੁਰਜ਼ੋਰ ਹਮਾਇਤ ਮਿਲਣ ਦੀ ਉਮੀਦ ਸੀ, ਪਰ ਜੰਗ ਦੇ ਅੰਦਾਜ਼ੇ ਨਾਲੋਂ ਬਹੁਤ ਪਹਿਲਾਂ ਛਿੜ ਪੈਣ ਕਰਕੇ ਪਾਰਟੀ ਨੂੰ ਇੱਕਦਮ ਆਪਣੀ ਪਹਿਲੀ ਯੋਜਨਾ ਬਦਲਣੀ ਪੈ ਗਈ ਸੀ। ਗਦਰੀਆਂ ਨੂੰ ਬਹੁਤ ਕਾਹਲੀ ਨਾਲ ਹਫੜਾ ਦਫੜੀ ਵਿੱਚ ਦੇਸ਼ ਨੂੰ ਚੱਲਣਾ ਪੈ ਗਿਆ ਸੀ। ਜੰਗ ਛਿੜਨ ਤੋਂ ਪਹਿਲਾਂ ਦੇਸ਼ ਆ ਕੇ ਜਿਸ ਕਿਸਮ ਦੀਆਂ ਤਿਆਰੀਆਂ ਕਰਨ ਬਾਰੇ ਸੋਚਿਆ ਗਿਆ ਸੀ, ਉਹਨਾਂ ਉੱਤੇ ਇੰਨ ਬਿੰਨ ਅਮਲ ਕਰਨਾ ਸੰਭਵ ਨਹੀਂ ਰਿਹਾ ਸੀ। ਸਭ ਕੁਝ ਨਵੇਂ ਸਿਰਿਓਂ ਸੋਚਣਾ, ਵਿਉਂਤਣਾ ਅਤੇ ਕਰਨਾ ਪੈ ਗਿਆ ਸੀ। ਹਾਲਤਾਂ ਕਈ ਪੱਖਾਂ ਤੋਂ ਉਲਟੇ ਰੁੱਖ ਮੋੜਾ ਕੱਟ ਗਈਆਂ ਸਨ। ਪਾਰਟੀ ਨੂੰ ਸਭ ਨਾਲੋਂ ਵੱਡੀ ਸੱਟ ਇਹ ਵੱਜੀ ਕਿ ਇਸ ਦੇ ਕੁਝ ਚੋਟੀ ਦੇ ਆਗੂ ਪ੍ਰਧਾਨ ਸੋਹਣ ਸਿੰਘ ਭਕਨਾ ਸਮੇਤ ਦੋਨੋਂ ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ ਅਤੇ ਭਾਈ ਜਵਾਲਾ ਸਿੰਘ ਠੱਠੀਆਂ ਅਤੇ ਮਾਸਟਰ ਊਧਮ ਸਿੰਘ ਕਸੇਲ ਆਦਿ ਜਹਾਜ਼ਾਂ ਤੋਂ ਉਤਰਦੇ ਹੀ ਗ੍ਰਿਫਤਾਰ ਕਰ ਲਏ ਗਏ ਸਨ, ਜਿਸ ਨਾਲ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋ ਗਿਆ ਸੀ। ਇਸ ਦੇ ਨਾਲ ਹੀ ਦਰਜਨਾਂ ਦੀ ਗਿਣਤੀ ਵਿੱਚ ਤਜਰਬੇਕਾਰ ਵਰਕਰ ਵੀ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ ਸਨ, ਜਿਸ ਸਦਕਾ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਬਿਖਰ ਗਿਆ ਸੀ। ਖਿੰਡੇ ਬਿਖਰੇ ਪਾਰਟੀ ਵਰਕਰਾਂ ਨਾਲ ਤਾਲਮੇਲ ਕਰਨਾ ਅਤੇ ਉਹਨਾਂ ਨੂੰ ਕੋਈ ਜਥੇਬੰਦਕ ਸਰੂਪ ਦੇਣਾ ਪਹਿਲੀ ਲੋੜ ਬਣ ਗਈ ਸੀ। ਇਸ ਤੋਂ ਬਿਨਾਂ ਹੋਰ ਕੋਈ ਵੀ ਕੰਮ ਕਰ ਸਕਣਾ ਸੰਭਵ ਨਹੀਂ ਸੀ, ਪਰ ਸਰਕਾਰੀ ਸਖਤੀਆਂ ਕਰਕੇ ਅਤੇ ਬਾਹਰੋਂ ਆਏ ਇਨਕਲਾਬੀਆਂ ਨੂੰ ਸਥਾਨਕ ਹਾਲਤਾਂ ਦਾ ਪੂਰਾ ਗਿਆਨ ਨਾ ਹੋਣ ਕਾਰਨ ਇਹ ਕਾਰਜ ਬਹੁਤ ਦੁੱਭਰ ਬਣ ਗਿਆ ਸੀ। ਇਸ ਕਾਰਜ ਦਾ ਜ਼ਿੰਮਾ ਗ੍ਰਿਫਤਾਰੀਆਂ ਤੋਂ ਬਚੇ ਚੰਦ ਕੁ ਆਗੂਆਂ ਨੂੰ ਓਟਣਾ ਪੈ ਗਿਆ ਸੀ। ਇਹ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਸਰਾਭਾ ਨੇ ਬਖੂਬੀ ਨਿਭਾਈ। ਉਹ ਬਾਕੀ ਗਦਰੀਆਂ ਨਾਲੋਂ ਤਕਰੀਬਨ 1 ਮਹੀਨਾ ਪਹਿਲਾਂ ਸਤੰਬਰ ਦੇ ਤੀਜੇ ਹਫ਼ਤੇ ਦੇ ਅਖੀਰ ਜਿਹੇ ਵਿੱਚ ਪੰਜਾਬ ਪਹੁੰਚ ਗਿਆ ਸੀ। ਬਾਕੀ ਗਦਰੀ ਨਵੰਬਰ ਦੇ ਮੁੱਢ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਸਰਾਭਾ ਆਉਣ ਵਾਲੇ ਗਦਰੀਆਂ ਨਾਲ ਸੰਪਰਕ ਕਰਨ ਲਈ ਮਾਝੇ ਤੋਂ ਲੈ ਕੇ ਮਾਲਵੇ ਤੱਕ ਤੂਫਾਨੀ ਗੇੜੇ ਮਾਰਦਾ, ਗ੍ਰਿਫਤਾਰ ਹੋਏ ਜਾਂ ਰੁਪੋਸ਼ ਹੋਏ ਗਦਰੀਆਂ ਦੇ ਪਰਿਵਾਰਾਂ ਨੂੰ ਮਿਲਦਾ ਅਤੇ ਹੌਸਲੇ ਦਿੰਦਾ ਅਤੇ ਕੰਮ ਕਰਨ ਲਈ ਉਤਾਵਲੇ ਵਰਕਰਾਂ ਨੂੰ ਸੇਧ ਅਤੇ ਪ੍ਰੇਰਨਾ ਦਿੰਦਾ ਸੀ। ਬਾਬਾ ਸੋਹਣ ਸਿੰਘ ਭਕਨਾ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਤੋਂ ਲੁਧਿਆਣੇ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਪੁੱਛ ਪੜਤਾਲ ਵਾਸਤੇ ਥੋੜੇ ਦਿਨਾਂ ਲਈ ਪੁਲਿਸ ਦੀ ਨਿਗਰਾਨੀ ਹੇਠ ਜੈਲ ਘਰ ਵਿੱਚ ਖੁੱਲ੍ਹਾ ਹੀ ਰੱਖਿਆ ਗਿਆ ਸੀ। ਇੱਕ ਦਿਨ ਬਾਬਾ ਭਕਨਾ ਜੀ ਪੁਲਿਸ ਦੀ ਨਿਗਰਾਨੀ ਵਾਲੇ ਸਿਪਾਹੀ ਨੂੰ ਨਾਲ ਲੈ ਕੇ ਬਾਜ਼ਾਰ ਵਿੱਚ ਫਿਰ ਰਹੇ ਸਨ ਕਿ ਭਾਈ ਕਰਤਾਰ ਸਿੰਘ ਸਰਾਭਾ ਨੇ ਅਚਾਨਕ ਬਾਬਾ ਜੀ ਨੂੰ ਆ ਫਤਿਹ ਬੁਲਾਈ। ਦੋਵਾਂ ਨੇ ਪੰਜਾਬ ਵਿੱਚ ਕੰਮ ਚਲਾਉਣ ਬਾਰੇ ਸੰਖੇਪ ਵਿੱਚ ਵਿਚਾਰ ਵਟਾਂਦਰਾ ਕੀਤਾ। ਬਾਬਾ ਜੀ ਨੇ ਭਾਈ ਸਰਾਭਾ ਨੂੰ ਕਿਹਾ ਕਿ ਉਹ ਅੰਮ੍ਰਿਤਸਰ ਜਾ ਕੇ ਸਿੱਖ ਆਗੂਆਂ ਨੂੰ ਮਿਲੇ ਅਤੇ ਉਹਨਾਂ ਨਾਲ ਰਾਜਸੀ ਸਲਾਹ ਮਸ਼ਵਰਾ ਕਰਕੇ ਕੰਮ ਕਰਨ ਦੀ ਵਿਉਂਤ ਬਣਾਈ ਜਾਵੇ। ਇਸ ਤੋਂ ਥੋੜੇ ਦਿਨਾਂ ਬਾਅਦ ਬਾਬਾ ਜੀ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਲੁਧਿਆਣੇ ਤੋਂ ਮੁਲਤਾਨ ਭੇਜਣ ਦਾ ਹੁਕਮ ਹੋ ਗਿਆ। ਜਦ ਬਾਬਾ ਜੀ ਨੂੰ ਬੰਦ ਘੋੜਾ ਗੱਡੀ ਵਿੱਚ ਪੁਲਿਸ ਦੇ ਸਖਤ ਪਹਿਰੇ ਹੇਠ ਜੈਲ ਘਰ ਤੋਂ ਰੇਲਵੇ ਸਟੇਸ਼ਨ ਨੂੰ ਲਿਜਾਇਆ ਜਾ ਰਿਹਾ ਸੀ,
ਤਾਂ ਰਸਤੇ ਵਿੱਚ ਭਾਈ ਕਰਤਾਰ ਸਿੰਘ ਸਰਾਭਾ ਫਿਰ ਛਲੇਡੇ ਵਾਂਗ ਕਿਤੋਂ ਪ੍ਰਗਟ ਹੋ ਗਿਆ। ਉਸਨੇ ਆਪਣਾ ਸਾਈਕਲ ਘੋੜਾ ਗੱਡੀ ਦੇ ਬਰਾਬਰ ਕਰ ਲਿਆ ਅਤੇ ਦੋਵੇਂ ਇਨਕਲਾਬੀਆਂ ਨੇ ਅੱਖਾਂ ਦੇ ਇਸ਼ਾਰੇ ਨਾਲ ਆਪਣੇ ਭਾਵ ਸਾਂਝੇ ਕੀਤੇ। ਸਟੇਸ਼ਨ ਉੱਤੇ ਜਾ ਕੇ ਦੋਵਾਂ ਨੇ ਫਿਰ ਪੁਲਿਸ ਤੋਂ ਬਚ ਬਚਾ ਕੇ ਪਾਰਟੀ ਦਾ ਕੰਮ ਚਲਾਉਣ ਬਾਰੇ ਜ਼ਰੂਰੀ ਵਿਚਾਰ ਸਾਂਝੇ ਕੀਤੇ। ਇਸ ਤੋਂ ਪਤਾ ਚੱਲਦਾ ਹੈ ਕਿ ਭਾਈ ਸਰਾਭਾ ਲੁਧਿਆਣੇ ਰਹਿ ਕੇ ਬਾਬਾ ਸੋਹਣ ਸਿੰਘ ਭਕਨਾ ਬਾਰੇ ਪੂਰੀ ਸੂਹ ਰੱਖ ਰਿਹਾ ਸੀ ਅਤੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਮੌਕੇ ਦੀ ਤਾੜ ਵਿੱਚ ਰਹਿੰਦਾ ਸੀ। ਪੈਸੇ ਅਤੇ ਹਥਿਆਰਾਂ ਦੀ ਸਮੱਸਿਆ। ਪਾਰਟੀ ਨੂੰ ਦੂਸਰੀ ਵੱਡੀ ਸੱਟ ਇਹ ਵੱਜੀ ਕਿ ਅੰਗਰੇਜ਼ ਸਰਕਾਰ ਨੇ ਗਦਰੀ ਇਨਕਲਾਬੀਆਂ ਦੇ ਦੇਸ਼ ਅੰਦਰ ਹਥਿਆਰ ਲਿਆਉਣ ਦੇ ਯਤਨ ਨਾਕਾਮ ਕਰ ਦਿੱਤੇ ਸਨ। ਦੇਸ਼ ਅੰਦਰ ਮੁੱਢਲਾ ਕੰਮ ਤੋਰਨ ਲਈ ਪਾਰਟੀ ਨੂੰ ਪਹਿਲਾਂ ਕੁਝ ਹਥਿਆਰ, ਪਿਸਤੌਲ ਅਤੇ ਦੇਸੀ ਬੰਬ ਆਦਿ ਜ਼ਰੂਰੀ ਲੋੜੀਂਦੇ ਸਨ। ਇਹਨਾਂ ਦੀ ਮਦਦ ਨਾਲ ਸਰਕਾਰੀ ਖਜ਼ਾਨੇ ਅਤੇ ਅਸਲਾਖਾਨੇ ਲੁੱਟਣ ਦੇ ਮਨਸੂਬੇ ਬਣਾਏ ਗਏ ਸਨ। ਇਹ ਪੈਸੇ ਅਤੇ ਹਥਿਆਰ ਬਗਾਵਤ ਦੀ ਕਾਮਯਾਬੀ ਲਈ ਅਤੀ ਜ਼ਰੂਰੀ ਸਨ। ਪਾਰਟੀ ਨੇ ਅਮਰੀਕਾ ਅੰਦਰ ਆਪਣੇ ਕੁਝ ਬੰਦਿਆਂ ਨੂੰ ਦੇਸੀ ਬੰਬ ਬਣਾਉਣ ਅਤੇ ਪਿਸਤੌਲਾਂ ਅਤੇ ਬੰਦੂਕਾਂ ਦੀ ਵਰਤੋਂ ਕਰਨ ਦੀ ਮੁੱਢਲੀ ਟ੍ਰੇਨਿੰਗ ਦੇ ਦਿੱਤੀ ਸੀ। ਅਮਰੀਕਾ ਅਤੇ ਕੈਨੇਡਾ ਤੋਂ ਤੁਰਨ ਵੇਲੇ ਕੁਝ ਪਿਸਤੌਲ ਅਤੇ ਗੋਲੀ ਸਿੱਕਾ ਲੁਕੋ ਕੇ ਲਿਆਉਣ ਦੇ ਪ੍ਰਬੰਧ ਕੀਤੇ ਗਏ ਸਨ। ਕਈਆਂ ਨੇ ਸਰਹਾਣਿਆਂ ਵਿੱਚ ਪਿਸਤੌਲ ਲੁਕੋ ਲਏ ਸਨ। ਕਿਸੇ ਨੇ ਬਾਲਟੀਆਂ ਦੇ ਥੱਲਿਆਂ ਵਿੱਚ ਪਿਸਤੌਲ ਅਤੇ ਗੋਲੀ ਸਿੱਕਾ ਛੁਪਾ ਲਿਆ ਸੀ। ਜਹਾਜ਼ਾਂ ਵਿੱਚ ਕੋਲੇ ਦੇ ਭੰਡਾਰ ਵਿੱਚ ਵੀ ਹਥਿਆਰ ਲੁਕਾਉਣ ਦੀ ਤਰਕੀਬ ਵਰਤੀ ਗਈ ਸੀ, ਪਰ ਜੰਗ ਛਿੜ ਪੈਣ ਉਪਰੰਤ ਅੰਗਰੇਜ਼ ਸਰਕਾਰ ਦੇ ਹੱਦੋਂ ਵੱਧ ਚੌਕਸ ਹੋ ਜਾਣ ਕਰਕੇ ਚੋਰੀ ਛਿਪੇ ਹਥਿਆਰ ਲਿਆਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਯੋਕੋਹਾਮਾ ਵਿਖੇ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਦੇਸ਼ ਅੰਦਰ ਲਿਜਾਣ ਲਈ ਜਿਹੜੇ 200 ਪਿਸਤੌਲ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਤੂਸ ਦਿੱਤੇ ਸਨ। ਸਖਤ ਤਲਾਸ਼ੀਆਂ ਦੀ ਵਜ੍ਹਾ ਕਰਕੇ ਉਹ ਕਲਕੱਤੇ ਪੁੱਜਣ ਤੋਂ ਪਹਿਲਾਂ ਹੀ ਸਮੁੰਦਰ ਵਿੱਚ ਸੁੱਟਣੇ ਪੈ ਗਏ ਸਨ। ਇਸੇ ਤਰ੍ਹਾਂ ਬਾਬਾ ਭਕਨਾ ਨੇ ਸ਼ੰਘਾਈ ਤੋਂ ਆਪਣੇ ਨਾਲ 80 ਪਿਸਤੌਲ ਲਿਆਉਣ ਦਾ ਇੰਤਜ਼ਾਮ ਕੀਤਾ ਸੀ। ਬਾਬਾ ਜੀ ਨੇ ਇਹ ਪਿਸਤੌਲ ਪੇਟੀ ਵਿੱਚ ਰੱਖ ਕੇ ਸੁੱਖੀ ਸਾਂਦੀ ਹਾਂਗਕਾਂਗ ਲੈ ਆਏ ਸਨ, ਪਰ ਹਾਂਗਕਾਂਗ ਵਿਖੇ ਡਾਕਟਰ ਮਥੁਰਾ ਨੇ ਇਹ ਇਤਲਾਹ ਦਿੱਤੀ ਕਿ ਇੱਕ ਗੋਰੀ ਪਲਟਨ ਪੀਕਿੰਗ ਤੋਂ ਭਾਰਤ ਨੂੰ ਜਾ ਰਹੀ ਸੀ ਅਤੇ ਉਸ ਪਲਟਨ ਦੇ ਇੱਕ ਗੋਰੇ ਅਫਸਰ ਦਾ ਅਰਦਲੀ ਇੱਕ ਸਿੱਖ ਭਰਾ ਸੀ, ਜਿਹੜਾ ਗਦਰ ਪਾਰਟੀ ਦਾ ਪੱਕਾ ਹਮਾਇਤੀ ਸੀ। ਡਾਕਟਰ ਮਥੁਰਾ ਨੇ ਉਸ ਸਿੱਖ ਅਰਦਲੀ ਨਾਲ ਪਿਸਤੌਲਾਂ ਵਾਲੀ ਪੇਟੀ ਲਿਜਾਣ ਬਾਰੇ ਗੱਲ ਪੱਕੀ ਕਰ ਲਈ ਸੀ। ਗੋਰੀ ਪਲਟਨ ਦੇ ਜਹਾਜ਼ ਰਾਹੀਂ ਹਥਿਆਰ ਭੇਜਣ ਦੀ ਤਜਵੀਜ਼ ਸਾਰਿਆਂ ਨੂੰ ਵੱਧ ਸੁਰੱਖਿਅਤ ਅਤੇ ਭਰੋਸੇਯੋਗ ਜਾਪੀ, ਜਿਸ ਕਰਕੇ 80 ਪਿਸਤੌਲਾਂ ਨਾਲ ਭਰੀ ਪੇਟੀ ਬੜੀ ਉਮੀਦ ਅਤੇ ਚਾਅ ਨਾਲ ਸਿੱਖ ਅਰਦਲੀ ਨੂੰ ਸੌਂਪ ਦਿੱਤੀ ਗਈ ਸੀ, ਜਿਸ ਨੇ ਕਲਕੱਤੇ ਜਾ ਕੇ ਇਹ ਪੇਟੀ ਗਦਰੀਆਂ ਨੂੰ ਦੇ ਦੇਣੀ ਸੀ। ਪਰ ਇਸ ਪੇਟੀ ਨਾਲ ਜੋ ਹੋਇਆ ਉਸ ਦਾ ਦਰਦਨਾਕ ਵਰਣਨ ਬਾਬਾ ਜੀ ਨੇ ਇੰਝ ਕੀਤਾ ਹੈ। ਸਾਡਾ ਅਤੇ ਉਸ ਗੋਰਾ ਪਲਟਣ ਵਾਲਾ ਜਹਾਜ਼ ਹਾਂਗਕਾਂਗ ਤੋਂ ਇਕੱਠੇ ਹੀ ਨਿਕਲੇ ਅਤੇ ਇਕੱਠੇ ਹੀ ਸਿੰਗਾਪੁਰ ਪਹੁੰਚੇ। ਅਗਾਂਹ ਸਿੰਗਾਪੁਰ ਤੋਂ ਵੀ ਇਕੱਠੇ ਹੀ ਤੁਰੇ ਅਤੇ ਇਕੱਠੇ ਹੀ ਪਿਨਾਂਗ ਪਹੁੰਚੇ। ਪਰ ਪਿਨਾਂਗ ਪੁੱਜਦਿਆਂ ਸਾਰ ਉਸ ਜਹਾਜ਼ ਨੂੰ ਤਾਰ ਦੇ ਜ਼ਰੀਏ ਤੁਰੰਤ ਹੁਕਮ ਮਿਲ ਗਿਆ ਕਿ ਉਹ ਹਿੰਦੁਸਤਾਨ ਦੀ ਥਾਂ ਸਿੱਧਾ ਫਰਾਂਸ ਨੂੰ ਜਾਵੇ। ਬਸ ਫੇਰ ਕੀ ਸੀ, ਸਾਡੇ ਦੇਖਦਿਆਂ ਦੇਖਦਿਆਂ ਹੀ ਉਹ ਸਾਡੇ ਕਲੇਜੇ ਧੂ ਕੇ ਟੁਰ ਗਿਆ ਅਤੇ ਸਾਡੇ ਜਤਨਾਂ ਦੀ ਪੱਟੀ ਮੇਸ ਕਰ ਗਿਆ। ਭਾਈ ਕਾਸ਼ੀ ਰਾਮ ਮਲੌੜੀ ਨੇ ਅਮਰੀਕਾ ਤੋਂ ਤੁਰਨ ਲੱਗਿਆਂ 2 ਪੇਟੀਆਂ ਹਥਿਆਰਾਂ ਦੀਆਂ ਕਿਸੇ ਦੂਸਰੇ ਜਹਾਜ਼ ਵਿੱਚ ਲਾਲ ਸਿੰਘ ਰਾਜਪੂਤ ਦੇ ਨਾਂ ਤੇ ਜਲੰਧਰ ਲਈ ਬੁੱਕ ਕਰਵਾ ਦਿੱਤੀਆਂ ਸਨ। ਭਾਈ ਕਾਸ਼ੀ ਰਾਮ ਨੂੰ ਉਮੀਦ ਸੀ ਕਿ ਉਸ ਦੇ ਪਹੁੰਚਣ ਤੱਕ ਇਹ ਪੇਟੀਆਂ ਜਲੰਧਰ ਪੁੱਜ ਜਾਣਗੀਆਂ। ਪ੍ਰਤੱਖ ਤੌਰ ਤੇ ਲਾਲ ਸਿੰਘ ਰਾਜਪੂਤ ਫਰਜ਼ੀ ਨਾਂ ਸੀ ਅਤੇ ਪਾਰਟੀ ਦੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਆਪਣੇ ਆਪ ਨੂੰ ਲਾਲ ਸਿੰਘ ਰਾਜਪੂਤ ਦੱਸ ਕੇ ਜਲੰਧਰ ਦੇ ਸਟੇਸ਼ਨ ਤੋਂ ਇਹ ਪੇਟੀਆਂ ਛੁਡਵਾਉਣ ਬਾਰੇ ਸੁਨੇਹਾ ਲਾਇਆ ਗਿਆ ਸੀ। ਭਾਈ ਕਾਸ਼ੀ ਰਾਮ ਕਲਕੱਤੇ ਤੋਂ ਸਿੱਧਾ ਆਪਣੇ ਪਿੰਡ ਮਲੌੜੀ, ਜ਼ਿਲ੍ਹਾ ਰੋਪੜ ਪਹੁੰਚੇ ਅਤੇ ਆਪਣੇ ਘਰ ਵਾਲਿਆਂ ਨੂੰ ਕਿਹਾ ਕਿ ਉਹਨਾਂ ਵਿੱਚੋਂ ਕੋਈ ਜਾਣਾ ਜਲੰਧਰ ਜਾ ਕੇ ਇੱਕ ਲਾਲ ਸਿੰਘ ਰਾਜਪੂਤ ਤੋਂ ਪਤਾ ਕਰ ਆਵੇ ਕਿ ਜੋ 2 ਪੇਟੀਆਂ ਉਸ ਦੇ ਨਾਂ ਦੀਆਂ ਮੈਂ ਅਮਰੀਕਾ ਤੋਂ ਬੁੱਕ ਕਰਵਾਈਆਂ ਸਨ ਉਹ ਉਸ ਨੂੰ ਮਿਲ ਗਈਆਂ ਹਨ ਕਿ ਨਹੀਂ। ਪਰ ਬਦਕਿਸਮਤੀ ਨਾਲ ਇਹ ਪੇਟੀਆਂ ਵੀ ਮਿੱਥੀ ਮੰਜ਼ਿਲ ਤੇ ਨਾ ਪਹੁੰਚ ਸਕੀਆਂ। ਜਾਪਦਾ ਹੈ ਕਿ ਗਦਰੀਆਂ ਨੂੰ ਲੈ ਕੇ ਆ ਰਹੇ ਜਹਾਜ਼ਾਂ ਨੂੰ ਰਸਤੇ ਵਿੱਚ ਲੰਮਾ ਚਿਰ ਡੱਕੀ ਰੱਖਣ ਅਤੇ ਭਾਰਤ ਪਹੁੰਚਣ ਤੇ ਜਹਾਜ਼ਾਂ ਦੀ ਬਰੀਕੀ ਨਾਲ ਛਾਣਬੀਣ ਕਰਨ ਕਰਕੇ ਇਹ ਪੇਟੀਆਂ ਉਮੀਦ ਨਾਲੋਂ
बहुत पछड़ के कलकत्ते पहुंचियां। कलकत्ते की पुलिस ने 27 मार्च 1915 ਨੂੰ 2 पेटियां कवाचा मारू जहाज उत्तों फड़ियां, जिन्हां उत्ते अंग्रेजी विच KRM ਅਤੇ K राम लिखिया होया सी। इन्हां विच उत्ते होर माल भरिया होया सी, पर हेठां दूरे थल्ले ला के 2 रफलां, एक मौजर पिस्तौल, 1500 रफलां दीयां गोलियां ਅਤੇ 300 पिस्तौलां दे कारतूस लुकोए होए लभे। भाई करतार सिंह सराभा ਵੱਲੋਂ अमरीका तो जैक ਨੂੰ ਆਪਣੇ ਨਾਲ ਲਿਆਉਣ ਦਾ ਮੰਤਵ ਇਹ ਸੀ ਕਿ ਉਸ ਦੀ ਸਹਾਇਤਾ ਨਾਲ ਕਿਸੇ ਢੁਕਵੀਂ ਜਗ੍ਹਾ ਉੱਤੇ ਬੰਬ ਬਣਾਉਣ ਦਾ ਅੱਡਾ ਕਾਇਮ ਕੀਤਾ ਜਾਵੇਗਾ, ਪਰ ਜੈਕ ਦੇ ਭਾਰਤ ਵਿੱਚ ਦਾਖਲ ਨਾ ਹੋ ਸਕਣ ਕਰਕੇ ਇਹ ਮਨਸੂਬਾ ਵੀ ਸਿਰੇ ਨਾ ਚੜ੍ਹ ਸਕਿਆ। ਇਸ ਤਰ੍ਹਾਂ ਹਥਿਆਰ ਲਿਆਉਣ ਦੇ ਸਾਰੇ ਯਤਨ ਨਾਕਾਮ ਹੋਣ ਕਰਕੇ ਪਾਰਟੀ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਹਥਿਆਰਾਂ ਦੀ ਮਦਦ ਨਾਲ ਸਰਕਾਰੀ ਖਜ਼ਾਨੇ ਲੁੱਟ ਕੇ ਮਾਇਕ ਲੋੜਾਂ ਪੂਰੀਆਂ ਕਰਨ ਅਤੇ ਛਾਉਣੀ ਅਤੇ ਠਾਣਿਆਂ ਚੋਂ ਵੱਡੀ ਪੱਧਰ ਤੇ ਹਥਿਆਰ ਲੁੱਟਣ ਦੀ ਜਿਹੜੀ ਪਲਾਨ ਬਣਾਈ ਗਈ ਸੀ ਉਹ ਨੇਪਰੇ ਨਾ ਚੜ੍ਹ ਸਕੀ। ਪੈਸੇ ਅਤੇ ਹਥਿਆਰਾਂ ਬਗੈਰ ਕੰਮ ਤੋਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਗੇ ਚੱਲ ਕੇ ਅਸੀਂ ਦੇਖਾਂਗੇ ਕਿ ਹਥਿਆਰ ਅਤੇ ਪੈਸਾ ਹਾਸਿਲ ਕਰਨ ਲਈ ਪਾਰਟੀ ਨੂੰ ਕਿੰਨੇ ਜੋਖਮ ਉਠਾਉਣੇ ਪਏ ਅਤੇ ਇਸ ਕੰਮ ਵਿੱਚ ਨਾ ਸਿਰਫ ਬਹੁਤ ਸਾਰਾ ਸਮਾਂ ਅਤੇ ਸ਼ਕਤੀ ਬਰਬਾਦ ਹੋਈ, ਬਲਕਿ ਕਈ ਕੀਮਤੀ ਜਾਨਾਂ ਵੀ ਅਜਾਈ ਗਵਾਉਣੀਆਂ ਪਈਆਂ। ਰਾਜਸੀ ਅਤੇ ਫੌਜੀ ਕਾਰਜ। ਅੰਗਰੇਜ਼ੀ ਫੌਜ ਅੰਦਰਲੇ ਦੇਸੀ ਸਿਪਾਹੀਆਂ, ਖਾਸ ਕਰਕੇ ਸਿੱਖ ਜਵਾਨਾਂ ਨੂੰ ਬਗਾਵਤ ਲਈ ਤਿਆਰ ਕਰਨਾ ਗਦਰ ਪਾਰਟੀ ਦਾ ਕੁੰਜੀਵਤ ਕਾਰਜ ਮਿਥਿਆ ਗਿਆ ਸੀ। ਅੰਗਰੇਜ਼ ਸਰਕਾਰ ਦਾ ਤਖਤਾ ਪਲਟਣ ਲਈ ਵੱਧ ਟੇਕ ਫੌਜੀ ਬਗਾਵਤ ਉੱਤੇ ਰੱਖੀ ਗਈ ਸੀ। ਅਮਰੀਕਾ ਤੋਂ ਭਾਰਤ ਨੂੰ ਆਉਂਦਿਆਂ ਕਰਤਾਰ ਸਿੰਘ ਸਰਾਭਾ ਸਾਰੇ ਰਸਤੇ ਖਿਆਲਾਂ ਹੀ ਖਿਆਲਾਂ ਵਿੱਚ ਭਾਰਤੀ ਫੌਜ ਦੀਆਂ ਛਾਉਣੀਆਂ ਵਿੱਚ ਘੁੰਮਦਾ ਅਤੇ ਫੌਜੀਆਂ ਨੂੰ ਬਗਾਵਤ ਲਈ ਉਭਾਰਨ ਵਾਸਤੇ ਪ੍ਰੇਰਨਾਮਈ ਦਲੀਲਾਂ ਅਤੇ ਵਾਰਤਾਲਾਪ ਸਿਰਜਦਾ ਰਿਹਾ ਸੀ। ਮੁੜਦੇ ਵਕਤ ਕਰਤਾਰ ਸਿੰਘ ਨੂੰ ਕੁਝ ਦਿਨ ਹਾਂਗਕਾਂਗ ਅਟਕਣਾ ਪੈ ਗਿਆ ਸੀ। ਉਸ ਨੂੰ ਭਾਰਤੀ ਫੌਜ ਦੀਆਂ ਹਾਂਗਕਾਂਗ ਵਿਖੇ ਤੈਨਾਤ ਕੀਤੀਆਂ ਪਲਟਨਾਂ ਦੇ ਇਨਕਲਾਬੀ ਝੁਕਾਅ ਦਾ ਪਤਾ ਸੀ। ਉਹ ਇਹਨਾਂ ਪਲਟਨਾਂ ਅੰਦਰ ਨੇਮ ਨਾਲ ਡਾਕ ਦੇ ਜ਼ਰੀਏ ਗਦਰ ਅਖਬਾਰ ਭੇਜਦਾ ਰਿਹਾ ਸੀ, ਜਿਸ ਕਰਕੇ ਉਸ ਨੂੰ ਕੁਝ ਸਿੱਖ ਜਵਾਨਾਂ ਦੇ ਨਾਂ ਵੀ ਚੇਤੇ ਹੋ ਗਏ ਸਨ। ਹਾਂਗਕਾਂਗ ਆ ਕੇ ਉਸ ਨੂੰ ਪਤਾ ਚੱਲਿਆ ਕਿ ਗੋਰੇ ਅਫਸਰਾਂ ਨੂੰ ਸਿੱਖ ਸਿਪਾਹੀਆਂ ਦੇ ਇਨਕਲਾਬੀ ਝੁਕਾਵਾਂ ਦੀ ਸੂਹ ਮਿਲ ਗਈ ਸੀ ਅਤੇ ਇਹਨਾਂ ਸਿਪਾਹੀਆਂ ਨੂੰ ਬਾਕੀ ਰੈਜੀਮੈਂਟ ਨਾਲੋਂ ਵੱਖ ਕਰਨ ਲਈ ਭਾਰਤ ਭੇਜ ਦਿੱਤਾ ਗਿਆ ਸੀ। ਇਸ ਨਾਲ ਭਾਈ ਕਰਤਾਰ ਸਿੰਘ ਸਰਾਭਾ ਦਾ ਹੌਸਲਾ ਹੋਰ ਵੀ ਵੱਧ ਗਿਆ। ਹੁਣ ਉਸ ਨੂੰ ਦੇਸ਼ ਜਾਂਦਿਆਂ ਹੀ ਪੱਕੇ ਬੰਦੇ ਮਿਲ ਜਾਣ ਦੀ ਉਮੀਦ ਬੱਝ ਗਈ ਸੀ ਅਤੇ ਉਹਨਾਂ ਰਾਹੀਂ ਛਾਉਣੀਆਂ ਅੰਦਰ ਇਨਕਲਾਬੀ ਪ੍ਰਚਾਰ ਕਰਕੇ ਫੌਜਾਂ ਨੂੰ ਬਗਾਵਤ ਲਈ ਤਿਆਰ ਕਰਨ ਦੀ ਆਸ ਬੱਝ ਗਈ ਸੀ। ਉਧਰ ਮਾਝੇ ਦੇ ਗਦਰੀਆਂ ਨੇ ਮੀਆਂ ਮੀਰ ਛਾਉਣੀ ਵਿਖੇ ਤੈਨਾਤ 23ਵੇਂ ਰਸਾਲੇ ਦੇ ਸਿੱਖ ਜਵਾਨਾਂ ਨਾਲ ਸਿਆਣ ਕੱਢ ਲਈ ਸੀ। ਉੱਥੋਂ ਉਹਨਾਂ ਨੂੰ ਤਕੜੀ ਹਮਾਇਤ ਮਿਲਣ ਦਾ ਯਕੀਨ ਹੋ ਗਿਆ ਸੀ। ਕਰਤਾਰ ਸਿੰਘ ਸਰਾਭੇ ਨੇ ਪੰਜਾਬ ਆਉਣ ਸਾਰ ਇਹਨਾਂ ਦੋਨੋਂ ਛਾਉਣੀਆਂ ਨੂੰ ਫੌਜੀ ਬਗਾਵਤਾਂ ਦੇ ਕੇਂਦਰ ਬਣਾਉਣ ਦੀ ਯੁੱਧ ਨੀਤੀ ਉੱਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਹਥਿਆਰਾਂ ਦੀ ਤਲਾਸ਼ ਵਿੱਚ ਤੱਦੀ ਨਾਲ ਬੰਗਾਲ ਦਾ ਚੱਕਰ ਲਾਇਆ, ਪਰ ਉੱਥੋਂ ਨਿਰਾਸ਼ ਪਰਤਣਾ ਪਿਆ। ਇਸ ਉਪਰੰਤ ਉਸ ਨੇ ਫੌਰੀ ਲੋੜ ਪੂਰੀ ਕਰਨ ਲਈ ਕੁਝ ਦੇਸੀ ਬੰਬ ਬਣਾਉਣ ਦਾ ਜੁਗਾੜ ਕਾਇਮ ਕੀਤਾ। ਰਾਜਸੀ ਫਰੰਟ ਉੱਤੇ ਪਾਰਟੀ ਸਾਹਮਣੇ ਮੁੱਖ ਕਾਰਜ ਇਹ ਸਨ: ਇੱਕ, ਦੇਸ਼ ਅੰਦਰਲੇ ਸਰਕਾਰ ਵਿਰੋਧੀ ਰਾਜਸੀ ਵਰਗਾਂ ਅਤੇ ਵਿਅਕਤੀਆਂ ਨੂੰ ਮਿਲ ਕੇ ਉਹਨਾਂ ਦੇ ਵਿਚਾਰਾਂ ਦੀ ਟੋਹ ਲੈਣੀ ਅਤੇ ਉਹਨਾਂ ਵਿੱਚੋਂ ਗਦਰ ਪਾਰਟੀ ਨੂੰ ਸਹਿਯੋਗ ਦੇਣ ਲਈ ਰਜਾਮੰਦ ਤਾਕਤਾਂ ਨਾਲ ਰਾਜਸੀ ਮੇਲ ਜੋਲ ਕਾਇਮ ਕਰਨਾ। ਦੂਜਾ, ਪੰਜਾਬ ਦੀ ਆਮ ਜਨਤਾ ਨੂੰ ਰਾਜਸੀ ਤੌਰ ਤੇ ਜਾਗਰੂਕ ਅਤੇ ਲਾਮਬੰਦ ਕਰਨ ਲਈ ਰਾਜਸੀ ਪ੍ਰਚਾਰ ਦੀ ਅਸਰਦਾਰ ਮੁਹਿੰਮ ਚਲਾਉਣੀ। ਜੰਗ ਲੱਗਣ ਤੋਂ ਪਹਿਲਾਂ ਪਾਰਟੀ ਨੇ ਦੇਸ਼ ਅੰਦਰ ਆਪਣਾ ਛਾਪਾਖਾਨਾ ਲਾਉਣ ਅਤੇ ਗਦਰ ਅਖਬਾਰ ਛਾਪ ਕੇ ਵਿਆਪਕ ਪੈਮਾਨੇ ਤੇ ਵੰਡਣ ਦਾ ਪ੍ਰੋਜੈਕਟ ਉਲੀਕਿਆ ਸੀ, ਪਰ ਜੰਗ ਛਿੜ ਪੈਣ ਤੋਂ ਬਾਅਦ ਸਮੇਂ ਦੀ ਘਾਟ ਕਾਰਨ ਪਾਰਟੀ ਨੂੰ ਇਹ ਉਤਸ਼ਾਹੀ ਪ੍ਰੋਜੈਕਟ ਤਿਆਗਣਾ ਪੈ ਗਿਆ ਸੀ। ਪਰ ਫਿਰ ਵੀ ਰਾਜਸੀ ਪ੍ਰੋਪੇਗੈਂਡੇ ਦੀ ਤੁਰੰਤ ਪੈਰੀ ਲੋੜ ਪੂਰੀ ਕਰਨ ਲਈ ਕੁਝ ਕੰਮ ਚਲਾਊ ਕਦਮ ਚੁੱਕੇ ਗਏ, ਜਿਵੇਂ ਸਾਈਕਲੋਸਟਾਈਲ ਮਸ਼ੀਨਾਂ ਨਾਲ ਹੱਥ ਪਰਚੇ ਅਤੇ ਛੋਟੇ ਪੈਫਲੇਟ ਆਦਿ ਛਾਪ ਕੇ ਵੰਡਣ ਦੀ ਵਿਉਂਤ ਬਣਾਈ ਗਈ।
ਇਹਨਾਂ ਸਾਰੇ ਕਾਰਜਾਂ ਦਾ ਬੀੜਾ ਸਰਾਭੇ ਨੇ ਹੀ ਚੁੱਕਿਆ। ਇਸ ਤਰੀਕੇ ਨਾਲ ਭਾਈ ਕਰਤਾਰ ਸਿੰਘ ਸਰਾਭਾ ਦੇਸ਼ ਅੰਦਰ ਪਾਰਟੀ ਦੇ ਕੰਮ ਦੀ ਚੂਲ ਬਣਿਆ। ਉਹ ਗਦਰ ਦੀ ਸਫਲਤਾ ਲਈ ਲੱਕ ਬੰਨ੍ਹ ਕੇ ਕੰਮ ਵਿੱਚ ਜੁਟ ਗਿਆ। ਘਰ ਤੋਂ ਸ਼ੁਰੂਆਤ। ਭਾਈ ਕਰਤਾਰ ਸਿੰਘ ਸਰਾਭਾ ਮਦਰਾਸ ਤੋਂ ਰੇਲ ਫੜ ਕੇ ਸਿੱਧਾ ਲੁਧਿਆਣੇ ਆਇਆ। ਲੁਧਿਆਣੇ ਉਸ ਦਾ ਕਈ ਅਰਥਾਂ ਵਿੱਚ ਘਰ ਸੀ। ਉਸ ਨੇ ਲੁਧਿਆਣਾ ਸ਼ਹਿਰ ਦੇ ਗੁਆਂਢ ਵਿੱਚ ਹੀ ਸਰਾਭਾ ਪਿੰਡ ਵਿੱਚ ਆਪਣਾ ਬਚਪਨ ਗੁਜ਼ਾਰਿਆ ਸੀ ਅਤੇ ਫਿਰ ਲੁਧਿਆਣੇ ਦੇ ਹੀ ਪਹਿਲਾਂ ਖਾਲਸਾ ਹਾਈ ਸਕੂਲ ਅਤੇ ਉਸ ਤੋਂ ਬਾਅਦ ਥੋੜ੍ਹੇ ਜਿਹੇ ਸਮੇਂ ਲਈ ਇਸਲਾਮੀਆ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਸੀ। ਉਹ ਦੋਨੋਂ ਸਕੂਲ ਦੇ ਹੋਸਟਲਾਂ ਵਿੱਚ ਰਹਿ ਚੁੱਕਾ ਸੀ, ਜਿਸ ਕਰਕੇ ਉਸ ਦੀ ਜਾਣ ਪਛਾਣ ਦਾ ਦਾਇਰਾ ਵਿਸ਼ਾਲ ਹੋ ਗਿਆ ਸੀ। ਉਹ ਖਾਲਸਾ ਸਕੂਲ ਦੇ ਰਾਜਸੀ ਅਤੇ ਧਾਰਮਿਕ ਮਾਹੌਲ ਤੋਂ ਖਾਸ ਤੌਰ 'ਤੇ ਚੰਗੀ ਤਰ੍ਹਾਂ ਜਾਣੂ ਸੀ। ਖਾਲਸਾ ਸਕੂਲ ਵਿੱਚ ਪੜ੍ਹਨ ਕਰਕੇ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਨਾਮ ਅਤੇ ਸ਼ਖਸੀਅਤ ਤੋਂ ਭਲੀ ਭਾਂਤ ਵਾਕਫ ਸੀ। ਉਨ੍ਹੀਂ ਦਿਨੀਂ ਖਾਲਸਾ ਸਕੂਲ ਦੀ ਖਾਲਸਾ ਭੁਜੰਗੀ ਸਭਾ ਨੇ ਅੰਗਰੇਜ਼ ਸਰਕਾਰ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੇ ਜਾਣ ਵਿਰੁੱਧ ਪ੍ਰਚਾਰ ਦੀ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਸੀ, ਜਿਸ ਦਾ ਜ਼ਿਕਰ ਅਮਰੀਕਾ ਅੰਦਰ ਗਦਰ ਪਾਰਟੀ ਦੀਆਂ ਸਫ਼ਾਂ ਵਿੱਚ ਆਮ ਹੁੰਦਾ ਰਹਿੰਦਾ ਸੀ। ਇਸ ਕਰਕੇ ਭਾਈ ਕਰਤਾਰ ਸਿੰਘ ਸਰਾਭੇ ਨੂੰ ਖਾਲਸਾ ਸਕੂਲ ਦੇ ਭੁਜੰਗੀ ਸਭਾ ਨਾਲ ਜੁੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਕੋਲੋਂ ਸਹਿਯੋਗ ਦੀ ਤਕੜੀ ਉਮੀਦ ਸੀ। ਲੁਧਿਆਣੇ ਰੇਲ ਗੱਡੀ ਤੋਂ ਉਤਰ ਕੇ ਉਹ ਪਹਿਲਾਂ ਸਿੱਧਾ ਆਪਣੇ ਪਿੰਡ ਗਿਆ ਅਤੇ ਜਦੋਂ ਉਸ ਨੇ ਆਪਣੇ ਦਾਦਾ ਜੀ ਸਰਦਾਰ ਬਦਨ ਸਿੰਘ ਨੂੰ ਅਚਾਨਕ ਜਾਂ ਫਤਿਹ ਬੁਲਾਈ ਹੋਵੇਗੀ ਤਾਂ 3 ਸਾਲਾਂ ਬਾਅਦ ਅਚਨਚੇਤੀ ਪੋਤੇ ਨੂੰ ਸਾਹਮਣੇ ਖੜਾ ਦੇਖ ਕੇ ਦਾਦੇ ਨੂੰ ਇੱਕ ਪਲ ਖੁਸ਼ੀ ਅਤੇ ਦੂਜੇ ਪਲ ਅਚੰਭਾ ਹੋਇਆ ਹੋਵੇਗਾ, ਕਿਉਂਕਿ ਕਰਤਾਰ ਸਿੰਘ ਨੇ ਆਪਣੇ ਆਉਣ ਦੀ ਕੋਈ ਪੂਰਵ ਸੂਚਨਾ ਨਹੀਂ ਦਿੱਤੀ ਸੀ। 3 ਸਾਲਾਂ ਵਿੱਚ ਕਰਤਾਰ ਸਿੰਘ ਦਾ ਮੁਹਾਂਦਰਾ ਕਾਫੀ ਬਦਲ ਗਿਆ ਸੀ। ਉਹ ਹੁਣ ਮੁੰਡਾ ਖੁੰਡਾ ਨਹੀਂ ਰਿਹਾ ਸੀ, ਉਹ ਮੁੱਛ-ਫੁੱਟ ਗੱਭਰੂ ਬਣ ਗਿਆ ਸੀ। ਉਸਦੇ ਚਿਹਰੇ 'ਤੇ ਚੰਚਲਤਾ ਦੀ ਥਾਵੇਂ ਗੰਭੀਰਤਾ ਦਾ ਭਾਵ ਆ ਗਿਆ ਸੀ। ਅਮਰੀਕਾ ਅੰਦਰ ਵਿਚਰਨ ਅਤੇ ਇਨਕਲਾਬੀ ਪਾਰਟੀ ਵਿੱਚ ਕੰਮ ਕਰਨ ਕਰਕੇ ਜਿੱਥੇ ਉਸ ਦੀ ਗਿਆਨ ਦ੍ਰਿਸ਼ਟੀ ਵਿਸ਼ਾਲ ਹੋ ਗਈ ਸੀ, ਉੱਥੇ ਉਸਨੂੰ ਗੱਲਬਾਤ ਕਰਨ ਦਾ ਤਰੀਕਾ ਅਤੇ ਸਲੀਕਾ ਵੀ ਆ ਗਿਆ ਸੀ। ਉਸ ਨੇ ਆਪਣੇ ਦਾਦਾ ਜੀ ਨੂੰ ਬਹੁਤ ਹੀ ਤਹੱਮਲ ਅਤੇ ਸਵੈ ਭਰੋਸੇ ਨਾਲ ਆਪਣੇ ਆਉਣ ਦਾ ਮੰਤਵ ਸਮਝਾ ਦਿੱਤਾ ਸੀ। ਕੋਈ ਆਮ ਦਾਦਾ ਹੁੰਦਾ ਤਾਂ ਪੋਤਰੇ ਦੇ ਅਜਿਹੇ ਖਤਰਨਾਕ ਵਿਚਾਰਾਂ ਅਤੇ ਇਰਾਦਿਆਂ ਬਾਰੇ ਪਤਾ ਲੱਗਣ 'ਤੇ ਇੱਕਦਮ ਘਬਰਾ ਜਾਂਦਾ ਅਤੇ ਪੋਤਰੇ ਨੂੰ ਬੁਰਾ ਭਲਾ ਕਹਿਣ ਤੋਂ ਨਾ ਰੁਕਦਾ, ਪਰ ਗੁਰਸਿੱਖ ਹੋਣ ਦੇ ਨਾਤੇ ਸਰਦਾਰ ਬਦਨ ਸਿੰਘ ਨੇ ਭਾਈ ਕਰਤਾਰ ਸਿੰਘ ਸਰਾਭਾ ਉੱਤੇ ਖਫ਼ਾ ਹੋਣ ਦੀ ਬਜਾਏ ਉਸ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਸ ਦੇ ਇਨਕਲਾਬੀ ਵਿਚਾਰਾਂ ਅਤੇ ਟੀਚਿਆਂ ਨਾਲ ਆਪਣੀ ਪੂਰਨ ਸਹਿਮਤੀ ਜਤਾਈ। ਇਸ ਦੀ ਪੁਸ਼ਟੀ ਡਾਇਰੈਕਟਰੀ ਆਫ ਦੀ ਗਦਰ ਮੂਵਮੈਂਟ ਨਾਮੀ ਸਰਕਾਰੀ ਦਸਤਾਵੇਜ਼ ਅੰਦਰ ਸਰਦਾਰ ਬਦਨ ਸਿੰਘ ਉੱਤੇ ਲਾਏ ਇਸ ਇਲਜ਼ਾਮ ਤੋਂ ਹੁੰਦੀ ਹੈ ਕਿ ਉਸਨੇ ਆਪਣੇ ਪੋਤਰੇ ਨੂੰ ਖੁੱਲ੍ਹੀ ਹਿੰਸਾ ਲਈ ਉਕਸਾਇਆ ਸੀ। ਕਰਤਾਰ ਸਿੰਘ ਸਰਾਭੇ ਨੇ ਆਉਂਦਿਆਂ ਹੀ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਪਛਾਣਾਂ ਕੱਢ ਲਈਆਂ ਸਨ ਅਤੇ ਇਸਲਾਮੀਆ ਹਾਈ ਸਕੂਲ ਦੇ ਹੋਸਟਲ ਵਿੱਚ ਰਹਿੰਦੇ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੇਰ ਕੇ ਆਪਣੇ ਨਾਲ ਜੋੜ ਲਿਆ ਸੀ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਇਹਨਾਂ ਵਿਦਿਆਰਥੀਆਂ ਦੇ ਨਾਂ ਇਸ ਪ੍ਰਕਾਰ ਹਨ: ਸੁੱਚਾ ਸਿੰਘ ਈਸੇਵਾਲ, ਪੂਰਨ ਸਿੰਘ, ਸੱਜਣ ਸਿੰਘ ਨਰੰਗਵਾਲ, ਕਿਰਪਾਲ ਸਿੰਘ ਬੋਪਾਰਾਈ, ਅਨੋਖ ਸਿੰਘ, ਗਿਆਨੀ ਦਲੀਪ ਸਿੰਘ ਫੁੱਲਾਂਵਾਲ, ਖੜਕ ਸਿੰਘ, ਕਰਤਾਰ ਸਿੰਘ ਫੱਲੇਵਾਲ, ਜੈਮਲ ਸਿੰਘ, ਸੂਰਤੀ ਸਿੰਘ, ਸ਼ੇਰ ਮੁਹੰਮਦ ਆਦਿ। ਸੁੱਚਾ ਸਿੰਘ ਪਹਿਲਾਂ ਖਾਲਸਾ ਸਕੂਲ ਵਿੱਚ ਸੱਜਣ ਸਿੰਘ ਨਰੰਗਵਾਲ ਨਾਲ ਪੜ੍ਹਦਾ ਰਿਹਾ ਸੀ, ਪਰ ਬਾਅਦ ਵਿੱਚ ਉਹ ਇਸਲਾਮੀਆ ਸਕੂਲ ਵਿੱਚ ਪੜ੍ਹਨੇ ਜਾ ਲੱਗਿਆ ਸੀ। ਇਸਲਾਮੀਆ ਸਕੂਲ ਦੇ ਹੋਸਟਲ ਵਿੱਚ ਸੁੱਚਾ ਸਿੰਘ ਦਾ ਕਮਰਾ ਕਰਤਾਰ ਸਿੰਘ ਸਰਾਭਾ ਦਾ ਇੱਕ ਕਿਸਮ ਦਾ ਹੈੱਡਕੁਆਰਟਰ ਬਣ ਗਿਆ ਸੀ। ਉਹ ਇੱਥੇ ਨੌਰੰਗ ਸਿੰਘ ਅਤੇ ਹਰਨਾਮ ਸਿੰਘ ਦੇ ਫਰਜ਼ੀ ਨਾਵਾਂ ਹੇਠ ਵਿਚਰਦਾ ਸੀ। ਇਹ ਵਿਦਿਆਰਥੀ ਪਾਰਟੀ ਦੀਆਂ ਪ੍ਰਚਾਰ ਲਿਖਤਾਂ ਦੀਆਂ ਸਾਈਕਲੋ ਸਟਾਈਲ ਕਾਪੀਆਂ ਕਰਕੇ ਵੱਖ-ਵੱਖ ਥਾਵਾਂ 'ਤੇ ਪਹੁੰਚਾਉਂਦੇ ਰਹੇ। ਇਸ ਤੋਂ ਇਲਾਵਾ ਇਹਨਾਂ ਨੇ ਪਾਰਟੀ ਦੇ ਸੁਨੇਹੇ ਪਤੇ ਲਿਜਾਣ ਵਿੱਚ ਕਾਫੀ ਮਦਦ ਕੀਤੀ। ਇਹਨਾਂ ਵਿੱਚੋਂ ਕੁਝ ਨੇ ਸਰਾਭੇ ਨਾਲ ਰਲ ਕੇ ਛਾਉਣੀਆਂ ਅੰਦਰ ਫੌਜਾਂ ਵਿੱਚ ਪ੍ਰਚਾਰ ਕਰਨ ਵਿੱਚ ਉੱਘਾ ਰੋਲ ਨਿਭਾਇਆ। ਕੁਝ ਕੁ ਨੇ ਅੰਮ੍ਰਿਤਸਰ ਅਤੇ ਲਾਹੌਰ ਵਿਖੇ ਪਾਰਟੀ ਦੇ ਹੈੱਡਕੁਆਰਟਰ ਵਿੱਚ ਵੀ ਜ਼ਿੰਮੇਵਾਰੀਆਂ ਨਿਭਾਈਆਂ। ਕਰਤਾਰ ਸਿੰਘ ਸਰਾਭੇ ਦੇ ਲੁਧਿਆਣੇ ਦੇ ਸਹਿਯੋਗੀਆਂ ਬਾਰੇ ਜਾਣਕਾਰੀ ਦਿੰਦਿਆਂ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਅਹਿਮ
ਮੈਂਬਰ ਗਿਆਨੀ ਨਾਹਰ ਸਿੰਘ ਨੇ ਲਿਖਿਆ ਹੈ। ਵਿਦਿਆਰਥੀਆਂ ਤੋਂ ਬਿਨਾਂ ਜ਼ਿਲ੍ਹਾ ਲੁਧਿਆਣਾ ਵਿੱਚ ਭਾਈ ਦੇਵਾ ਸਿੰਘ ਪਿੰਡ ਆਨੰਦਪੁਰ, ਸਰਦਾਰ ਲਾਲ ਸਿੰਘ ਡਾਇਰੈਕਟਰ ਐਗਰੀਕਲਚਰ ਪੰਜਾਬ ਦੇ ਵੱਡੇ ਭਰਾ ਅਤੇ ਭਾਈ ਕਾਹਨ ਸਿੰਘ ਪਿੰਡ ਹਸਨਪੁਰ ਸਰਦਾਰ ਕਰਤਾਰ ਸਿੰਘ ਦੇ ਨਾਲ ਰਲ ਕੇ ਗਦਰ ਦਾ ਕੰਮ ਬੜੀ ਸਰਗਰਮੀ ਨਾਲ ਕਰਨ ਲੱਗ ਪਏ। 1914 ਦੇ ਇੱਕ ਦਿਨ ਦੁਪਹਿਰੇ ਜਿਵੇਂ ਭਾਈ ਦੇਵਾ ਸਿੰਘ ਨੇ ਗਿਰਜਾ ਘਰ ਦੇ ਚੌਂਕ ਤੋਂ ਥੋੜ੍ਹਾ ਪਰੇ ਚੌੜੇ ਬਾਜ਼ਾਰ ਵਿੱਚ ਮੇਰੇ ਨਾਲ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਮੁਲਾਕਾਤ ਕਰਾਈ। 2 ਮਿੰਟ ਦੀ ਮੁਲਾਕਾਤ ਹੋਈ। ਪਹਿਲਾਂ ਆਪੋ ਵਿੱਚ ਜਾਣੂ ਹੀ ਸਾਂ। ਕਰਤਾਰ ਸਿੰਘ ਹੋਰਾਂ ਮੈਨੂੰ ਵੇਖਦਿਆਂ ਹੀ ਕਿਹਾ, ਇਹ ਤਾਂ ਸਾਡੇ ਸੱਜਣ ਹਨ। ਇਸ ਤੋਂ ਪਿੱਛੋਂ ਮੇਰੇ ਨਾਲ ਉਹਨਾਂ ਦਾ ਮੇਲ 19 ਫਰਵਰੀ 1915 ਦੀ ਰਾਤ ਨੂੰ ਫਿਰੋਜ਼ਪੁਰ ਛਾਉਣੀ ਵਿੱਚ ਹੀ ਹੋਇਆ। ਉਪਰੋਕਤ ਕਥਨ ਤੋਂ ਸਰਾਭਾ ਦੀ ਭੁਜੰਗੀ ਸਭਾ ਦੇ ਮੈਂਬਰਾਂ ਨਾਲ ਪੁਰਾਣੀ ਜਾਣ ਪਛਾਣ ਸਿੱਧ ਹੁੰਦੀ ਹੈ। ਸੰਘਰਸ਼ਸ਼ੀਲ ਵਰਗਾਂ ਨਾਲ ਰਾਬਤਾ। ਅਮਰੀਕਾ, ਕੈਨੇਡਾ ਅਤੇ ਟਾਪੂਆਂ ਅੰਦਰ ਗਦਰ ਪਾਰਟੀ ਵੱਲੋਂ ਦੇਸ਼ ਨੂੰ ਬਰਤਾਨਵੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਚਲਾਈ ਪ੍ਰਚਾਰ ਦੀ ਮੁਹਿੰਮ ਨੂੰ ਮਿਲੇ ਪੁਰਜ਼ੋਰ ਹੁੰਗਾਰੇ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਇਹ ਪ੍ਰਚਾਰ ਹਵਾਈ ਨਹੀਂ ਸੀ। ਇਹ ਭਾਰਤੀ ਅਵਾਸੀਆਂ ਵੱਲੋਂ ਪ੍ਰਦੇਸ਼ਾਂ ਅੰਦਰ ਹੰਢਾਏ ਜਾ ਰਹੇ ਤਲਖ ਅਨੁਭਵ ਨਾਲ ਜੋੜ ਕੇ ਕੀਤਾ ਗਿਆ ਸੀ। ਲੋਕਾਂ ਦੇ ਠੋਸ ਮਸਲਿਆਂ ਨਾਲ ਜੋੜ ਕੇ ਕੀਤਾ ਪ੍ਰਚਾਰ ਹੀ ਵੱਧ ਕਾਰਗਰ ਹੁੰਦਾ ਹੈ। ਗਦਰ ਪਾਰਟੀ ਤੋਂ ਪਹਿਲਾਂ ਇੰਗਲੈਂਡ, ਸਵਿਟਜ਼ਰਲੈਂਡ, ਫਰਾਂਸ ਅਤੇ ਉੱਤਰੀ ਅਮਰੀਕਾ ਅੰਦਰ ਕੁਝ ਪੜ੍ਹੇ ਲਿਖੇ ਹਿੰਦੂ ਦੇਸ਼ ਭਗਤ ਕਈ ਸਾਲਾਂ ਤੋਂ ਦੇਸ਼ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੇ ਸਨ, ਪਰ ਉਹਨਾਂ ਦੇ ਰਾਜਸੀ ਪ੍ਰਭਾਵ ਦਾ ਦਾਇਰਾ ਸੀਮਿਤ ਹੀ ਰਿਹਾ। ਉਹਨਾਂ ਵਿੱਚੋਂ ਕੋਈ ਵੀ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ। ਕਾਰਨ ਇਹ ਕਿ ਉਹਨਾਂ ਦਾ ਪ੍ਰੋਪੋਗੰਡਾ ਜ਼ਿਆਦਾ ਅਮੂਰਤ ਹੀ ਸੀ, ਜਿਹੜਾ ਪੜ੍ਹੇ ਲਿਖੇ ਮੱਧ ਵਰਗ ਦੇ ਥੋੜ੍ਹੇ ਜਿਹੇ ਲੋਕਾਂ ਨੂੰ ਹੀ ਟੁੰਬ ਸਕਿਆ। ਇਸ ਦੀ ਤੁਲਨਾ ਵਿੱਚ ਗਦਰ ਪਾਰਟੀ ਨੇ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਪ੍ਰਦੇਸ਼ਾਂ ਅੰਦਰ ਲੋਕਾਂ ਨੂੰ ਵਿਆਪਕ ਪੈਮਾਨੇ ਤੇ ਆਜ਼ਾਦੀ ਦੇ ਸੰਗਰਾਮ ਲਈ ਲਾਮਬੰਦ ਕਰ ਲਿਆ ਸੀ। ਦੇਸ਼ ਅੰਦਰ ਵੀ ਗਦਰ ਪਾਰਟੀ ਨੇ ਇਹੀ ਰਾਜਸੀ ਤਰੀਕਾਕਾਰ ਅਪਣਾਇਆ। ਉਸ ਵੇਲੇ ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਕੀਤੀ ਜਾ ਰਹੀ ਦਖਲਅੰਦਾਜ਼ੀ ਕਾਰਨ ਸਿੱਖ ਜਗਤ ਅੰਦਰ ਬਸਤੀਵਾਦੀ ਸਰਕਾਰ ਵਿਰੁੱਧ ਤਿੱਖਾ ਰੋਸ ਪੈਦਾ ਹੋ ਗਿਆ ਸੀ। ਗਦਰ ਪਾਰਟੀ ਦੇ ਅੰਦਰ ਵੀ ਸਿੱਖਾਂ ਦੀ ਭਾਰੀ ਬਹੁਗਿਣਤੀ ਹੋਣ ਕਰਕੇ ਪਾਰਟੀ ਨੇ ਕੁਦਰਤੀ ਤੌਰ ਤੇ ਇਹਨਾਂ ਸੰਵੇਦਨਸ਼ੀਲ ਮਸਲਿਆਂ ਉੱਤੇ ਅੰਗਰੇਜ਼ ਸਰਕਾਰ ਵਿਰੁੱਧ ਪ੍ਰੋਪੋਗੰਡੇ ਦੀ ਵਿਆਪਕ ਮੁਹਿੰਮ ਚਲਾਉਣ ਅਤੇ ਇਸ ਦੇ ਜ਼ਰੀਏ ਸਿੱਖਾਂ ਨੂੰ ਬਸਤੀਵਾਦੀ ਹਕੂਮਤ ਵਿਰੁੱਧ ਹਥਿਆਰਬੰਦ ਬਗਾਵਤ ਕਰਨ ਲਈ ਉਭਾਰਨ ਦਾ ਸਹੀ ਰਾਜਨੀਤਿਕ ਪੈਂਤੜਾ ਅਪਣਾਇਆ। ਇਹ ਮਸਲੇ ਹੇਠ ਲਿਖੇ ਅਨੁਸਾਰ ਸਨ। ਨੰਬਰ 1, ਗੁਰਦੁਆਰਾ ਰਕਾਬਗੰਜ ਦੀ ਕੰਧ ਦਾ ਮਸਲਾ। ਗੁਰਦੁਆਰਾ ਰਕਾਬਗੰਜ ਉਹ ਪਵਿੱਤਰ ਅਸਥਾਨ ਹੈ ਜਿੱਥੇ ਸੰਨ 1675 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਅੰਤਿਮ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਨੇ ਕੀਤਾ ਸੀ। 12 ਮਿਸਲਾਂ ਦੇ ਸਮੇਂ ਜਦ ਸਰਦਾਰ ਬਘੇਲ ਸਿੰਘ ਜੀ ਅਤੇ ਸਿੱਖ ਸਰਦਾਰਾਂ ਨੇ ਦਿੱਲੀ ਤੇ ਕਬਜ਼ਾ ਕੀਤਾ, ਉਦੋਂ ਗੌਹਰ ਸ਼ਾਹ ਆਲਮ ਸਾਨੀ ਨੂੰ ਆ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੋਤਵਾਲੀ ਦੇ ਪਾਸ, ਜਿੱਥੇ 9ਵੇਂ ਸਤਿਗੁਰ ਦਾ ਸੀਸ ਕੱਟਿਆ ਗਿਆ ਸੀ, ਗੁਰਦੁਆਰਾ ਸੀਸਗੰਜ ਦੇ ਅਤੇ ਰਾਏ ਸੀਨੇ ਵਿੱਚ ਧੜ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਗੁਰਦੁਆਰਾ ਰਕਾਬਗੰਜ ਬਣਵਾਇਆ ਸੀ। ਸੰਨ 1911 ਵਿੱਚ ਅੰਗਰੇਜ਼ ਹਕੂਮਤ ਨੇ ਕਲਕੱਤੇ ਨੂੰ ਛੱਡ ਕੇ ਦਿੱਲੀ ਨੂੰ ਰਾਜਧਾਨੀ ਬਣਾ ਲਿਆ। ਉਦੋਂ ਰਾਏ ਸੀਨੇ ਵਿੱਚ ਗੁਰਦੁਆਰਾ ਰਕਾਬਗੰਜ ਦੇ ਪਾਸ ਵਾਇਸਰੀਗਲ ਲਾਜ ਭਾਵ ਵਾਇਸਰਾਏ ਦਾ ਮਹਿਲ ਬਣਵਾਉਣ ਦੀ ਤਜਵੀਜ਼ ਕੀਤੀ ਗਈ। ਗੁਰਦੁਆਰੇ ਦੇ ਇੱਕ ਪਾਸੇ ਸ਼ਿਵਦੀ ਵੱਲ ਨੂੰ ਵਾਇਸਰਾਏ ਦਾ ਮਹਿਲ ਬਣਾਇਆ ਗਿਆ ਅਤੇ ਸਾਹਮਣੇ ਪਾਸੇ ਅਸੈਂਬਲੀ ਹਾਲ ਬਣਵਾਇਆ ਗਿਆ। ਇਹਨਾਂ ਇਮਾਰਤਾਂ ਦੇ ਬਣਾਉਣ ਲਈ ਸਰਕਾਰ ਨੇ ਜਗ੍ਹਾ ਹਾਸਿਲ ਕਰਨ ਵਾਸਤੇ ਗੁਰਦੁਆਰੇ ਦੀ ਕੰਧ ਢਾਉਣ ਦਾ ਫੈਸਲਾ ਕਰ ਲਿਆ। 1912 ਵਿੱਚ ਸਰਕਾਰ ਨੇ ਲੈਂਡ ਐਕੁਜੀਸ਼ਨ ਐਕਟ ਅਨੁਸਾਰ ਗੁਰਦੁਆਰਾ ਰਕਾਬਗੰਜ ਦੇ ਮਹੰਤ ਪਾਸੋਂ
ਬਾਹਰਲੀ ਕੰਧ ਤੇ ਗੁਰਦੁਆਰੇ ਦੇ ਵਿਚਕਾਰ ਦੀ ਸਾਰੀ ਜ਼ਮੀਨ ਲੈ ਲਈ। 1914 ਵਿੱਚ ਸਰਕਾਰ ਨੇ ਗੁਰਦੁਆਰੇ ਦੀ ਬਾਹਰਲੀ ਕੰਧ ਦਾ ਕੁਝ ਹਿੱਸਾ ਢਾਹ ਦਿੱਤਾ। ਇਸ ਨਾਲ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਪੈਦਾ ਹੋ ਗਈ। ਚੀਫ ਖਾਲਸਾ ਦੀਵਾਨ ਦੇ ਆਗੂਆਂ ਨੇ ਆਪਣੀ ਸਰਕਾਰ ਪੂਜ ਬਿਰਤੀ ਕਰਕੇ ਅੰਗਰੇਜ਼ ਹਕੂਮਤ ਨਾਲ ਸਮਝੌਤੇ ਦਾ ਰੁਖ ਅਖਤਿਆਰ ਕਰ ਲਿਆ ਸੀ, ਪਰ ਸਿੱਖ ਸੰਗਤਾਂ ਨੇ ਸਰਕਾਰ ਨਾਲ ਇਸ ਮਸਲੇ ਤੇ ਕੋਈ ਵੀ ਸਮਝੌਤਾ ਕਰਨ ਤੋਂ ਦ੍ਰਿੜ ਇਨਕਾਰ ਕਰ ਦਿੱਤਾ। ਸਰਦਾਰ ਹਰਚੰਦ ਸਿੰਘ ਰਹੀਸ ਲਾਇਲਪੁਰ ਦਿੱਲੀ ਗਏ ਅਤੇ ਉਹਨਾਂ ਸਾਰੇ ਹਾਲਾਤ ਦੇਖ ਕੇ ਉਰਦੂ ਵਿੱਚ ਇੱਕ ਪੈਂਫਲੇਟ ਛਾਪਿਆ, ਮੈਂ ਦਿੱਲੀ ਕਿਉਂ ਗਿਆ। 6 ਮਈ 1914 ਨੂੰ ਅੰਮ੍ਰਿਤਸਰ ਟਾਊਨ ਹਾਲ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ ਗੁਰਦੁਆਰੇ ਦੀ ਮੱਲੀ ਜ਼ਮੀਨ ਦੇ ਇਵਜ਼ ਵਿੱਚ ਕਿਸੇ ਹੋਰ ਜਗ੍ਹਾ ਜ਼ਮੀਨ ਦੇਣ ਦਾ ਵਾਅਦਾ ਕਰਦੀ ਹੈ ਤਾਂ ਸਰਕਾਰ ਨਾਲ ਇਸ ਮਸਲੇ ਤੇ ਸਮਝੌਤਾ ਕਰ ਲੈਣ ਵਿੱਚ ਕੋਈ ਹਰਜ ਨਹੀਂ। ਦੂਜੇ ਪਾਸੇ ਆਮ ਸੰਗਤਾਂ ਵਿੱਚ ਕੰਧ ਢਾਹੇ ਜਾਣ ਵਿਰੁੱਧ ਰੋਸ ਅਤੇ ਗੁੱਸਾ ਫੈਲਿਆ ਹੋਇਆ ਸੀ। ਇਸ ਲਈ 31 ਮਈ 1914 ਨੂੰ ਲੰਡੇ ਮੰਡੀ ਲਾਹੌਰ ਵਿਖੇ ਬੜਾ ਭਾਰੀ ਦੀਵਾਨ ਹੋਇਆ। ਦੀਵਾਨ ਪੂਰੇ ਜੋਸ਼ ਵਾਲੇ ਮਾਹੌਲ ਵਿੱਚ ਹੋਇਆ। ਸਰਦਾਰ ਹਰਚੰਦ ਸਿੰਘ ਲਾਇਲਪੁਰੀ ਨੇ ਤਕਰੀਰ ਕਰਦਿਆਂ ਕਿਹਾ, ਖਾਲਸਾ ਜੀ ਆਪਣੇ ਸਿਰਾਂ ਨੂੰ ਕਦੋਂ ਤੱਕ ਲੁਕੋ ਕੇ ਰੱਖੋਗੇ। ਇਸ ਦੀਵਾਨ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਸਿੱਧ ਸਿੰਘਾਂ ਅਤੇ ਜਥਿਆਂ ਦੇ ਨਾਮ ਇਹ ਹਨ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਉਹਨਾਂ ਦੇ ਸਾਥੀ ਸੱਜਣ, ਸਰਦਾਰ ਹਰਚੰਦ ਸਿੰਘ ਅਤੇ ਉਹਨਾਂ ਦੇ ਸਾਥੀ, ਭਾਈ ਜਵੰਦ ਸਿੰਘ ਜੀ ਨਿਹੰਗ ਪਿੰਡ ਠੱਠਾ ਜ਼ਿਲ੍ਹਾ ਅੰਮ੍ਰਿਤਸਰ ਆਪਣੇ ਜਥੇ ਸਮੇਤ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਥੇ ਸਮੇਤ, ਮਾਸਟਰ ਮੋਤਾ ਸਿੰਘ ਜੀ, ਮਾਲਵਾ ਖਾਲਸਾ ਹਾਈ ਸਕੂਲ ਦੇ ਪ੍ਰਬੰਧਕ ਅਤੇ ਸਟਾਫ, ਭੁਜੰਗੀ ਸਭਾ ਲੁਧਿਆਣਾ ਦੇ ਵਰਕਰ ਆਦਿ। ਇਸ ਤੋਂ ਪਿੱਛੋਂ ਪੱਟੀ ਖੰਨਾ ਭਸੌੜ ਅਤੇ ਹੋਰ ਕਈ ਥਾਵਾਂ ਤੇ ਦੀਵਾਨ ਹੋਏ ਅਤੇ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸੰਕਲਪ ਕੀਤੇ ਗਏ, ਪਰ ਅੰਗਰੇਜ਼ ਹਕੂਮਤ ਨੇ ਇਸ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਅਤੇ ਸਿੱਖਾਂ ਅੰਦਰਲੇ ਆਪਣੇ ਹਮਾਇਤੀਆਂ ਦੀ ਮਦਦ ਨਾਲ ਸਿੱਖ ਪੰਥ ਨੂੰ ਸਮਝੌਤੇ ਲਈ ਰਜ਼ਾਮੰਦ ਕਰਨ ਦੇ ਯਤਨ ਜਾਰੀ ਕੀਤੇ। ਪਰੰਤੂ ਰੋਹ ਵਿੱਚ ਆਏ ਸਿੱਖ ਭਾਈਚਾਰੇ ਨੇ ਸਰਕਾਰ ਦੇ ਹਮਾਇਤੀਆਂ ਦੀ ਇੱਕ ਨਾ ਚੱਲਣ ਦਿੱਤੀ। ਗੁਰਦੁਆਰਾ ਸੁਧਾਰ ਲਹਿਰ ਦੇ ਚੱਲਣ ਪਰ ਇਹ ਮਸਲਾ ਤਿੱਖੀ ਸ਼ਕਲ ਅਖਤਿਆਰ ਕਰ ਗਿਆ। ਅਪ੍ਰੈਲ 1921 ਵਿੱਚ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਗੁਰਦੁਆਰੇ ਦੀ ਗਿਰਾਈ ਕੰਧ ਨੂੰ ਮੁੜ ਉਸਾਰਨ ਵਾਸਤੇ ਪੰਥ ਨੂੰ ਕੁਰਬਾਨੀਆਂ ਕਰਨ ਦਾ ਸੱਦਾ ਦਿੱਤਾ ਅਤੇ ਇਸ ਵਾਸਤੇ ਅਖਬਾਰ ਵਿੱਚ ਇਹ ਅਪੀਲ ਕੀਤੀ ਗਈ ਕਿ 100 ਸਿੰਘ ਜਿਹੜੇ ਇਸ ਮਸਲੇ ਤੇ ਆਪਣੇ ਸਿਰ ਵਾਰਨ ਲਈ ਤਿਆਰ ਹਨ, ਉਹ ਆਪਣੇ ਨਾਂ ਦਰਜ ਕਰਾ ਦੇਣ। ਇਸ ਨਾਲ ਪੰਥ ਅੰਦਰ ਕੁਰਬਾਨੀ ਦਾ ਅਜਿਹਾ ਜਜ਼ਬਾ ਪੈਦਾ ਹੋਇਆ ਕਿ ਕਈ 100 ਸਿੰਘਾਂ ਨੇ ਆਪਣੇ ਨਾਂ ਪੇਸ਼ ਕਰ ਦਿੱਤੇ। ਸਿੱਖਾਂ ਦੇ ਰੋਹ ਨੂੰ ਭਾਂਵਦਿਆਂ ਸਰਕਾਰ ਨੇ 28 ਅਪ੍ਰੈਲ 1921 ਨੂੰ ਆਪਣੇ ਖਰਚ ਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਬਣਾ ਦਿੱਤੀ। ਇਸ ਤਰ੍ਹਾਂ 7 ਸਾਲ ਦੇ ਸੰਘਰਸ਼ ਬਾਅਦ ਇਹ ਮੋਰਚਾ ਫਤਿਹ ਹੋ ਗਿਆ। ਨੰਬਰ 2, ਅੰਮ੍ਰਿਤਸਰ ਸਰੋਵਰ ਨੂੰ ਪਾਣੀ ਦੀ ਸਪਲਾਈ ਦਾ ਮਸਲਾ। 18ਵੀਂ ਸਦੀ ਵਿੱਚ ਸਾਧੂ ਸੰਤੋਖ ਦਾਸ ਅਤੇ ਪ੍ਰੀਤਮ ਦਾਸ ਨੇ ਦਰਬਾਰ ਸਾਹਿਬ ਸਰੋਵਰ ਵਿੱਚ ਰਾਵੀ ਦਾ ਪਾਣੀ ਲਿਜਾਣ ਲਈ ਇੱਕ ਹੰਸਲੀ ਦੀ ਸੇਵਾ ਕਰਾਈ ਸੀ। ਇਸ ਰਾਹੀਂ ਰਾਵੀ ਦਰਿਆ ਦਾ ਪਾਣੀ ਸਰੋਵਰ ਵਿੱਚ ਪਾਇਆ ਜਾਂਦਾ ਸੀ। ਅਗਸਤ 1914 ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਕੰਗ ਨੇ ਆਪ ਹੁਦਰੇ ਢੰਗ ਨਾਲ ਹੰਸਲੀ ਦਾ ਪਾਣੀ ਸਰੋਵਰ ਵਿੱਚ ਪਾਉਣਾ ਬੰਦ ਕਰ ਦਿੱਤਾ ਅਤੇ ਇਸ ਦੀ ਥਾਵੇਂ ਇੱਕ ਟਿਊਬਵੈੱਲ ਦਾ ਪਾਣੀ ਪਾਉਣ ਦਾ ਫੈਸਲਾ ਕੀਤਾ। ਸਿੱਖਾਂ ਅੰਦਰ ਕਿਉਂਕਿ ਰਕਾਬਗੰਜ ਗੁਰਦੁਆਰੇ ਦੇ ਮਸਲੇ ਕਰਕੇ ਪਹਿਲਾਂ ਹੀ ਸਰਕਾਰ ਦੇ ਵਿਰੁੱਧ ਤਕੜਾ ਰੋਸ ਸੀ, ਇਸ ਲਈ ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਇਸ ਫੈਸਲੇ ਨੂੰ ਆਪਣੇ ਪਰਮ ਪਵਿੱਤਰ ਧਾਰਮਿਕ ਕੇਂਦਰ ਦੇ ਮਾਮਲੇ ਵਿੱਚ ਇੱਕ ਹੋਰ ਅਣਚਾਹੀ ਸਰਕਾਰੀ ਦਖਲਅੰਦਾਜ਼ੀ ਸਮਝਿਆ। ਇਸ ਮਸਲੇ ਤੇ ਤਕੜਾ ਸਰਕਾਰ ਵਿਰੋਧੀ ਪ੍ਰੋਪੋਗੰਡਾ ਚੱਲਿਆ। ਨੰਬਰ 3, ਕਿਰਪਾਨ ਤੇ ਪਾਬੰਦੀ। ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ, ਪਰ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਸਾਰੇ ਹਥਿਆਰ ਜ਼ਬਤ ਕਰ ਲਏ ਸਨ ਅਤੇ ਸਿੱਖਾਂ ਦੇ ਕਿਰਪਾਨ ਰੱਖਣ ਉੱਤੇ ਬੰਦਿਸ਼ ਲਾ ਦਿੱਤੀ ਸੀ।
पर बुढ़ा दल दे निहंग सिंह रवायत के मुताबिक अपने पास किरपान, सफा जंग अते नेजे आदि शस्त्र रखिया करते सन। पुलिस किरपान वाले ਸਿੰਘਾਂ ਨੂੰ टोका टाकी करती सी। एक बार अमृतसर भगतां वाले स्टेशन ते निहंग ਸਿੰਘਾਂ ਦਾ जथा उतरिया। उन्हां पास किरपानां अते होर शस्त्र देख के पुलिस ने उन्हां नूं रोकिया। इस गल ते निहंग ਸਿੰਘਾਂ ਦਾ पुलिस नाल झगड़ा हो गया। पुलिस ने एक निहंग ਸਿੰਘ ਨੂੰ किरपान रखण दे दोष हेठ गिरफ्तार कर लिया। इसे तरह कुछ होर ਸਿੰਘ भी ਵੱਖ-ਵੱਖ ਥਾਵੀਂ गिरफ्तार किए गए। चीफ खालसा दीवान अते संगतां ने इस नूं धार्मिक आज़ादी उत्ते हमला कह के अमृतसर की अदालत विच सरकार की इस कार्रवाई के विरुद्ध मुकदमा दायर कर दिता। मैजिस्ट्रेट ने फैसला सिखां दे हक विच दे दिता, पर इस दे बावजूद अलग अलग थावां ते सिखां नूं किरपान रखण करके तंग कीता जांदा रहा। एक बार लुधियाणे भाई साहिब भाई रणधीर सिंह जी नूं पुलिस ने रोकिया अते किरपान धारण करन उत्ते तिखा इतराज़ किया। फिर इकेरा अमृतसर स्टेशन ते 3-4 पुलिसियां ने रल के भाई साहिब कोलों सफा जंग खोहण की असफल कोशिश की। जद इउं सिखां नूं किरपान धारण करके मुश्किलां पेश आउण लगियां तां किरपान दे आज़ाद करवाउण दा सवाल उठिया। सारियां ਸਿੰਘ सभावां, खालसा दीवान अते होर पंथक जथेबंदियां ने सरकार नूं मते पेश करके भेजे कि किरपान सिखां दा धार्मिक चिन्ह है अते इस ते पाबंदी लाउणी सिखां दी धार्मिक आज़ादी उत्ते हमला है। सूबा सरहद अते यूपी आदि तो लैके बर्मा तक सिखां ने किरपान रखण दी खुल हासिल करन लई कानूनी लड़ाइयां लड़ीਆਂ। पंजाब कौंसल विच सिख मैंबरां वल्लों सरदार गज्जन सिंह वकील लुधियाना ने किरपान की आज़ादी संबंधी मता पेश किया। लम्मी कशमकश तो बाद सरकार हिंद ने 11 मई 1917 नूं एक नोटिफिकेशन जारी करके सिखां लई सारे बरतानिया, हिंदुस्तान अते बर्मा विच किरपान रखण की खुल्ह दे दित्ती। कुछ नामवर सिख हस्तियां अते संस्थावां जिवें रहीस हरचंद सिंह लाइलपुरी, सरदार तेजा सिंह समुंदरी, भाई रणधीर सिंह नरंगवाल का जथा, निहंग जवंद सिंह ठट्ठा पट्टी का जथा अते लोहट बद्दी दे भसौड़ीए आदि ने इन्हां संवेदनशील मुद्दिआं नूं लैके अंग्रेज सरकार विरुद्ध प्रचार की जोशीली मुहिम चला रखी सी। गदरी संग्रामियों विरुद्ध मुकदमे दीआं सरकारी दस्तावेज़ां विच अजिहियां कई मीटिंगां ਦਾ ਜ਼ਿਕਰ ਆਉਂਦਾ ਹੈ ਜਿੱਥੇ ਇਹਨਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਅੰਗਰੇਜ਼ ਸਰਕਾਰ ਦੀ ਤਿੱਖੀ ਮੁਖਾਲਫਤ ਕੀਤੀ ਗਈ ਅਤੇ ਇਹਨਾਂ ਮੀਟਿੰਗਾਂ ਵਿੱਚ ਹਾਜ਼ਰ ਬਹੁਤ ਸਾਰੇ ਸਿੰਘਾਂ ਨੇ ਬਾਅਦ ਵਿੱਚ ਗਦਰ ਪਾਰਟੀ ਨਾਲ ਰਲ ਕੇ ਬਸਤੀਵਾਦੀ ਰਾਜ ਵਿਰੁੱਧ ਬਗਾਵਤ ਕਰਨ ਦੇ ਯਤਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਅੱਸੂ ਦੇ ਮਹੀਨੇ ਵਿੱਚ ਖੰਨੇ ਵਿਖੇ ਸਰਦਾਰ ਇੰਦਰ ਸਿੰਘ ਦੇ ਘਰ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਰਕਾਬਗੰਜ ਅਤੇ ਸਰੋਵਰ ਦੇ पानी दे मसले ते अंग्रेज सरकार विरुद्ध तिखा गुस्सा प्रगटाया गया सी। इसे तरह लोहट बद्दी विखे 8 माघ अते 17 माघ नूं उपरोथली 2 मीटिंगां होईयां, जिन्हां विच अंग्रेज सरकार दी करड़ी नुकताचीनी कीती गई। सरदार जगजीत सिंह ने गदर पार्टी लहर दा इतिहास विच सरकारी दस्तावेज़ां दे हवालिਆਂ नाल इस तत्थ दा जिक्र कीता है कि संत रणधीर सिंह अते उन्हां दे आदमी कई थाईं मीटिंगां करदे रहे, जिथे रकाबगंज दे मुआमले बारे अंग्रेज़ां दे बरखिलाफ लैक्चर हुंदे रहे। गदर पार्टी दे इनकलाबियां नाल संबंध पैदा होण दा सब तो पहला जिक्र 7 पो नूं चमकौर साहिब विच होई मीटिंग विच आया। संत रणधीर सिंह ने मीटिंग नूं दस्सिया कि एक कमेटी कायम कीती गई है, जिस ने गुरु ग्रंथ साहिब तो यह वाक लैके फैसला किया है कि जे रकाबगंज नूं ढाया जावे तां शहीदियां पाईयां जाण। संत रणधीर सिंह ने यह भी दस्सिया कि गदर पार्टी दे 2 आदमी होण वाले इनकलाब वास्ते आदमी लैण लई उन्हां संत रणधीर सिंह पास आए सन अते गदर पार्टी दे आदमियां नाल सरहद मिलन दा प्रबंध किया गया है।
ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਇੱਕ ਅਹਿਮ ਮੈਂਬਰ ਗਿਆਨੀ ਹਰਭਜਨ ਸਿੰਘ ਚਮਿੰਡਾ ਨੇ ਆਪਣੀ ਸਵੈ ਜੀਵਨੀ ਵਿੱਚ ਦੱਸਿਆ ਹੈ ਕਿ ਜਿਸ ਸਮੇਂ ਦੌਰਾਨ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੇ ਜਾਣ ਦੇ ਵਿਰੁੱਧ ਐਜੀਟੇਸ਼ਨ ਚੱਲ ਰਹੀ ਸੀ ਤਾਂ ਇੰਨੀ ਦਿਨੀ ਅਮਰੀਕਾ ਵਾਲੇ ਗਦਰੀ ਵੀਰ ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਚੁੱਗਾ, ਭਾਈ ਉੱਤਮ ਸਿੰਘ ਹਾਂਸ, ਭਾਈ ਗਾਦਾ ਸਿੰਘ ਕੰਚਰਪੰਨ ਅਤੇ ਭਾਈ ਅਰਜਨ ਸਿੰਘ, ਭਾਈ ਸਾਹਿਬ, ਭਾਈ ਰਣਧੀਰ ਸਿੰਘ ਕੋਲ ਆਉਂਦੇ ਅਤੇ ਅਸੀਂ ਵੀ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ। ਇਸ ਦੀ ਪੁਸ਼ਟੀ ਇੱਕ ਹੋਰ ਇਤਿਹਾਸਿਕ ਸੋਮੇ ਤੋਂ ਵੀ ਹੁੰਦੀ ਹੈ। ਭਾਈ ਰਣਧੀਰ ਸਿੰਘ ਦੇ ਨੇੜਲੇ ਸਾਥੀ ਭਾਈ ਨਾਹਰ ਸਿੰਘ ਦੇ ਕਥਨ ਮੁਤਾਬਿਕ ਨਰੰਗਵਾਲ ਭਾਈ ਸਾਹਿਬ, ਭਾਈ ਰਣਧੀਰ ਸਿੰਘ ਜੀ ਪਾਸ, ਭਾਈ ਨਿਧਾਨ ਸਿੰਘ ਚੁੱਗਾ, ਭਾਈ ਉੱਤਮ ਸਿੰਘ ਹਾਂਸ, ਭਾਈ ਗਾਦਾ ਸਿੰਘ ਆਦਿ ਮੁਖੀ ਸੱਜਣ ਆ ਕੇ ਠਹਿਰਦੇ ਸਨ ਅਤੇ ਸਾਰੀ ਲਹਿਰ ਦੀ ਖਬਰਸਾਰ ਦੱਸਦੇ ਸਨ। ਇੱਥੇ ਹੀ ਬੱਬਰ ਅਕਾਲੀ ਕਿਸ਼ਨ ਸਿੰਘ ਗੜਗੱਜ ਦੀ ਰਾਵਲਪਿੰਡੀ ਤੋਂ ਚਿੱਠੀ ਆਈ ਸੀ ਕਿ ਭਾਈ ਅਤਰ ਸਿੰਘ ਨੂੰ ਸਾਡੇ ਪਾਸ ਭੇਜ ਦਿਓ, ਉਹ ਤੁਹਾਡੀ ਖਬਰਸਾਰ ਸਾਨੂੰ ਦੇ ਜਾਏ ਅਤੇ ਸਾਡੀ ਖਬਰਸਾਰ ਲੈ ਜਾਵੇ। ਭਾਈ ਅਤਰ ਸਿੰਘ 35 ਨੰਬਰ ਪਲਟਨ ਵਿੱਚ ਬਿਗਲਰ ਸਨ ਅਤੇ ਨਾਮ ਕਟਾ ਆਏ ਸਨ ਅਤੇ ਭਾਈ ਕਿਸ਼ਨ ਸਿੰਘ ਜੀ ਉਸ ਵੇਲੇ ਅਜੇ ਪਲਟਨ ਵਿੱਚ ਹੀ ਸਨ। ਉਹਨਾਂ ਨੂੰ ਉਸ ਵੇਲੇ ਦੀ ਹੀ ਲਾਗ ਲੱਗੀ ਹੋਈ ਸੀ, ਜਿਸ ਕਰਕੇ ਉਹਨਾਂ ਪਿੱਛੋਂ ਜਾ ਕੇ ਬੱਬਰ ਅਕਾਲੀ ਲਹਿਰ ਜਾਰੀ ਕੀਤੀ। ਪ੍ਰਸਿੱਧ ਰਈਸ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਦਾ ਜੱਦੀ ਪਿੰਡ ਸੁਰ ਸਿੰਘ ਸੀ। ਲਾਇਲਪੁਰੀ ਵਿੱਚ ਸਰਦਾਰ ਹਰਚੰਦ ਸਿੰਘ ਦੀ ਕੋਠੀ ਸ਼ਹਿਰੋਂ ਬਾਹਰ ਕੋਈ ਅੱਧਾ ਕੁ ਮੀਲ ਦੀ ਵਿੱਥ ਤੇ ਸੀ। ਇਹ ਉਸ ਵੇਲੇ ਦੇ ਇਨਕਲਾਬੀਆਂ ਦੀ ਗੁਪਤ ਠਾਹਰ ਬਣੀ ਹੋਈ ਸੀ। ਸਰਦਾਰ ਤੇਜਾ ਸਿੰਘ ਚੂੜਕਾਣਾ ਦੇ ਬਿਆਨ ਅਨੁਸਾਰ ਸਰਦਾਰ ਜਗਤ ਸਿੰਘ ਸੁਰਸੰਘੀਏ ਨਾਲ ਭਾਈ ਕਰਤਾਰ ਸਿੰਘ ਸਰਾਭਾ ਵੀ ਇਹਨਾਂ ਕੋਲ ਇੱਕ ਵਾਰ ਆ ਕੇ ਠਹਿਰਿਆ ਸੀ ਅਤੇ ਇੱਥੇ ਹੀ ਉਸ ਦੀ ਮੁਲਾਕਾਤ ਸਰਦਾਰ ਤੇਜਾ ਸਿੰਘ ਸਮੁੰਦਰੀ ਨਾਲ ਹੋਈ ਸੀ। ਕਿਹਾ ਜਾਂਦਾ ਹੈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਇਸ ਜੋਸ਼ੀਲੇ ਅਤੇ ਦ੍ਰਿੜ ਇਰਾਦੇ ਵਾਲੇ ਨੌਜਵਾਨ ਇਨਕਲਾਬੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਸਨ। ਸਰਦਾਰ ਹਰਚੰਦ ਸਿੰਘ ਦੀਆਂ ਇਨਕਲਾਬੀ ਸਾਂਝਾਂ ਤੋਂ ਅੰਗਰੇਜ਼ ਸਰਕਾਰ ਅਵੇਸਲੀ ਨਹੀਂ ਸੀ। ਉਹਨਾਂ CID ਦਾ ਇੱਕ ਸਿਪਾਹੀ ਇਹਨਾਂ ਉੱਤੇ ਨਿਗਰਾਨੀ ਰੱਖਣ ਲਈ ਪੱਕਾ ਹੀ ਇਹਨਾਂ ਮਗਰ ਲਾਇਆ ਹੋਇਆ ਸੀ। ਇਹਨਾਂ ਦੀ ਕੋਠੀ ਕਿਉਂਕਿ ਸ਼ਹਿਰੋਂ ਬਾਹਰ ਉਜਾੜ ਵਿੱਚ ਸੀ, ਜਿੱਥੇ ਨੇੜੇ ਤੇੜੇ ਹੋਰ ਕੋਈ ਮਕਾਨ ਆਦਿ ਨਹੀਂ ਸੀ, ਇਸ ਲਈ CID ਦੇ ਇਸ ਬੰਦੇ ਨੂੰ ਰਾਤ ਨੂੰ ਕੋਠੀ ਦੀ ਨਿਗਰਾਨੀ ਕਰਨੀ ਮੁਸ਼ਕਿਲ ਸੀ। ਰਾਤ ਨੂੰ ਉਹ ਸੌਣ ਲਈ ਘਰ ਚਲਾ ਜਾਂਦਾ ਸੀ। ਇਸ ਕਰਕੇ ਗਦਰੀ ਸੰਗਰਾਮੀ ਸਰਦਾਰ ਹਰਚੰਦ ਸਿੰਘ ਦੀ ਕੋਠੀ ਜ਼ਿਆਦਾਤਰ ਰਾਤ ਨੂੰ ਹੀ ਆਉਂਦੇ ਸਨ ਅਤੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਉੱਥੋਂ ਖਿਸਕ ਜਾਂਦੇ ਸਨ। ਗਦਰ ਪਾਰਟੀ ਨੇ ਸਿੱਖ ਸੰਗਤਾਂ ਨੂੰ ਅੰਗਰੇਜ਼ ਸਰਕਾਰ ਵਿਰੁੱਧ ਲੜਾਈ ਲਈ ਉਭਾਰਨ ਦੇ ਮੰਤਵਾਂ ਨਾਲ ਗੁਰਦੁਆਰਾ ਰਕਾਬਗੰਜ ਦੇ ਮਸਲੇ ਤੇ ਇੱਕ ਉਚੇਚਾ ਕਿਤਾਬਚਾ ਰਕਾਬਗੰਜ ਦਾ ਦੁਖੜਾ ਉਰਦੂ ਵਿੱਚ ਛਾਪ ਕੇ ਸਿੱਖਾਂ ਅੰਦਰ ਵੰਡਿਆ। ਸਮਕਾਲੀ ਧਾਰਮਿਕ ਅਤੇ ਰਾਜਸੀ ਮਾਹੌਲ ਨੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਕਿਸ ਕਦਰ ਪ੍ਰਭਾਵਿਤ ਕੀਤਾ, ਇਸ ਦਾ ਇਸ਼ਾਰਾ ਗਿਆਨੀ ਹਰਭਜਨ ਸਿੰਘ ਚਮਿੰਡਾ ਦੇ ਹੇਠ ਦਿੱਤੇ ਕਥਨਾਂ ਤੋਂ ਮਿਲਦਾ ਹੈ। ਕੋਮਾ ਗਾਟਾ ਮਾਰੂ ਦੇ ਹਾਦਸੇ ਨੇ ਅਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਨੂੰ ਢਾਹੇ ਜਾਣ ਨੇ ਸਾਡੇ ਸਾਰੇ ਜਥੇ ਵਿੱਚ ਜੋਸ਼ ਪੈਦਾ ਕਰ ਦਿੱਤਾ। ਇਸ ਵੇਲੇ ਗਦਰ ਪਾਰਟੀ ਦੇ ਬਹੁਤ ਸਾਰੇ ਮੈਂਬਰ ਅਮਰੀਕਾ ਵਿੱਚੋਂ ਸਹੁੰ ਖਾ ਕੇ ਗਦਰ ਕਰਨ ਲਈ ਅਤੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਦਾ ਪ੍ਰਣ ਲੈ ਕੇ ਪੰਜਾਬ ਪਹੁੰਚ ਚੁੱਕੇ ਸਨ। ਸਰਦਾਰ ਕਰਤਾਰ ਸਿੰਘ ਸਰਾਭਾ ਵੀ ਇਹਨਾਂ ਵਿੱਚੋਂ ਇੱਕ ਸੀ। ਇਹ ਅਮਰੀਕਾ ਇੰਜੀਨੀਅਰਿੰਗ ਦਾ ਕੋਰਸ ਪਾਸ ਕਰਨ ਲਈ ਗਿਆ ਸੀ, ਪਰ ਜਦੋਂ ਇਸ ਨੇ ਉੱਥੇ ਆਪਣੇ ਦੇਸ਼ ਵਾਸੀਆਂ ਨਾਲ ਦੁਰਵਿਵਹਾਰ ਹੁੰਦਾ ਦੇਖਿਆ ਤਾਂ ਉਸ ਦਾ ਅੰਦਰਲਾ ਕੂਕ ਉੱਠਿਆ। ਉਸ ਨੇ ਫੈਸਲਾ ਕੀਤਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚ ਨਹੀਂ ਰਹਿਣ ਦੇਣਾ। ਇਸ ਮਨੋਰਥ ਲਈ ਮੈਂ ਵੀ ਕਰਤਾਰ ਸਿੰਘ ਸਰਾਭਾ ਨਾਲ ਰਲ ਗਿਆ। ਸਿੱਖਾਂ ਦੀ ਤੁਲਨਾ ਵਿੱਚ ਦੂਸਰੇ ਦੋਨੋਂ ਧਾਰਮਿਕ ਭਾਈਚਾਰਿਆਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਅੰਤਰਮੁਖੀ ਦਿਸ਼ਾ ਬਹੁਤ ਅਲੱਗ ਸੀ। ਇਹਨਾਂ ਵਰਗਾਂ ਦਾ ਧਾਰਮਿਕ ਮਾਮਲਿਆਂ ਨੂੰ ਲੈ ਕੇ ਅੰਗਰੇਜ਼ ਸਰਕਾਰ ਨਾਲ ਕੋਈ ਵੱਡਾ ਟਕਰਾਅ ਪੈਦਾ ਨਹੀਂ ਹੋਇਆ ਸੀ। ਬਸਤੀਵਾਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਅਤੇ ਵਿਦਿਅਕ ਅਸਥਾਨਾਂ ਨੂੰ ਆਪਣੇ ਕੰਟਰੋਲ ਹੇਠ ਰੱਖਣ ਲਈ ਜਿੰਨੇ ਉਚੇਚੇ ਯਤਨ ਕੀਤੇ ਸਨ,
ਦੂਸਰੇ ਧਾਰਮਿਕ ਭਾਈਚਾਰਿਆਂ ਦੇ ਮਾਮਲੇ ਵਿੱਚ ਉਸ ਨੇ ਇਸ ਮਾਮਲੇ ਵਿੱਚ ਮੁਕਾਬਲਤਨ ਨਿਰਲੇਪ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਬਸਤੀਵਾਦੀ ਹਾਕਮ ਜਿਸ ਕਦਰ ਸਿੱਖਾਂ ਦੇ ਧਾਰਮਿਕ ਉਭਾਰ ਤੋਂ ਰਾਜਸੀ ਖਤਰਾ ਮਹਿਸੂਸ ਕਰਦੇ ਸਨ, ਉਸ ਕਦਰ ਕਿਸੇ ਹੋਰ ਧਾਰਮਿਕ ਭਾਈਚਾਰੇ ਤੋਂ ਨਹੀਂ। ਇਸ ਦੇ ਦੋ ਕਾਰਨ ਮੰਨੇ ਜਾ ਸਕਦੇ ਹਨ। ਪਹਿਲੀ ਗੱਲ ਇਹ ਕਿ ਹੋਰਨਾਂ ਧਾਰਮਿਕ ਪਰੰਪਰਾਵਾਂ ਦੀ ਤੁਲਨਾ ਵਿੱਚ ਸਿੱਖ ਧਰਮ ਅਤੇ ਰਵਾਇਤਾਂ ਅੰਦਰ ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਲੜਾਈ ਲੜਨ ਲਈ ਬਹੁਤ ਹੀ ਜ਼ੋਰਦਾਰ ਪ੍ਰੇਰਨਾ ਮਿਲਦੀ ਹੈ। ਇਸ ਵਜ੍ਹਾ ਕਰਕੇ ਇਤਿਹਾਸ ਵਿੱਚ ਇਹ ਗੱਲ ਵਾਰ-ਵਾਰ ਪ੍ਰਗਟ ਹੋਈ ਹੈ ਕਿ ਜ਼ੁਲਮ ਅਤੇ ਬੇਇਨਸਾਫੀ ਦੀ ਸੂਰਤ ਵਿੱਚ ਸਿੱਖਾਂ ਦਾ ਧਾਰਮਿਕ ਜਜ਼ਬਾ ਬਹੁਤ ਛੇਤੀ ਅਤੇ ਸਿੱਧੇ ਰੂਪ ਵਿੱਚ ਰਾਜਸੀ ਵੰਗਾਰ ਵਿੱਚ ਪਲਟ ਜਾਂਦਾ ਹੈ, ਜਿਸ ਕਰਕੇ ਇਤਿਹਾਸ ਅੰਦਰ ਹਰੇਕ ਜ਼ਾਲਮ ਰਾਜ ਨੂੰ ਸਿੱਖਾਂ ਦੇ ਧਾਰਮਿਕ ਉਭਾਰ 'ਚੋਂ ਹਮੇਸ਼ਾ ਹੀ ਗੰਭੀਰ ਰਾਜਸੀ ਖਤਰਾ ਦਿਖਾਈ ਦਿੰਦਾ ਹੈ। ਦੂਜੀ ਗੱਲ, ਜਿਵੇਂ ਕਿ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੈਨਜ਼ਿਲ ਇਬਟਸਨ ਵੱਲੋਂ 30 ਅਪ੍ਰੈਲ 1907 ਨੂੰ ਵਾਇਸਰਾਏ ਅਤੇ ਗਵਰਨਰ ਜਨਰਲ ਆਫ ਇੰਡੀਆ ਨੂੰ ਭੇਜੇ ਗਏ ਲਿਖਤੀ ਨੋਟ ਤੋਂ ਸਪਸ਼ਟ ਹੁੰਦਾ ਹੈ। ਅੰਗਰੇਜ਼ ਹਾਕਮ ਇਸ ਗੱਲ ਤੋਂ ਭਲੀ ਭਾਂਤ ਸੁਚੇਤ ਸਨ ਕਿ ਸਿੱਖਾਂ ਨੂੰ ਅਜੇ 60 ਸਾਲ ਹੀ ਹੋਏ ਹਨ ਜਦੋਂ ਉਹ ਪੰਜਾਬ ਉੱਤੇ ਰਾਜ ਕਰਦੇ ਸਨ ਅਤੇ ਉਹਨਾਂ ਅੰਦਰ ਪੈਦਾ ਹੋਈ ਧਾਰਮਿਕ ਜਾਗ੍ਰਿਤੀ ਲਾਜ਼ਮੀ ਰੂਪ ਵਿੱਚ ਉਹਨਾਂ ਦੀਆਂ ਰਾਜਸੀ ਆਕਾਂਖਿਆਵਾਂ ਨੂੰ ਹੁਲਾਰਾ ਦੇਵੇਗੀ ਅਤੇ ਉਹਨਾਂ ਅੰਦਰ ਆਪਣਾ ਖੁੱਸਿਆ ਹੋਇਆ ਰਾਜ ਮੁੜ ਹਾਸਿਲ ਕਰਨ ਦੀ ਰੀਝ ਅੰਗੜਾਈ ਲੈ ਲਵੇਗੀ। ਉਪਰੋਕਤ ਨੋਟ ਵਿੱਚ ਗਵਰਨਰ ਜਨਰਲ ਵੱਲੋਂ ਵਾਇਸਰਾਏ ਨੂੰ ਸਿੱਖਾਂ ਦੇ ਧਾਰਮਿਕ ਉਭਾਰ ਨੂੰ ਗੰਭੀਰਤਾ ਨਾਲ ਲੈਣ ਦੀ ਸਾਫ਼ ਤਾਕੀਦ ਕੀਤੀ ਗਈ ਸੀ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗਦਰ ਲਹਿਰ ਦੇ ਉਭਾਰ ਸਮੇਂ ਸਿੱਖਾਂ ਵਾਂਗੂ ਦੂਸਰੇ ਧਾਰਮਿਕ ਭਾਈਚਾਰਿਆਂ ਨੂੰ ਅੰਗਰੇਜ਼ ਸਰਕਾਰ ਵਿਰੁੱਧ ਉਭਾਰਨ ਵਾਲਾ ਜਜ਼ਬਾਤੀ ਅਤੇ ਸੰਵੇਦਨਸ਼ੀਲ ਮੁੱਦਾ ਕੋਈ ਨਹੀਂ ਸੀ, ਜਿਸ ਕਰਕੇ ਗਦਰ ਲਹਿਰ ਨੂੰ ਜਿੰਨਾ ਭਰਵਾਂ ਹੁੰਗਾਰਾ ਸਿੱਖਾਂ ਵੱਲੋਂ ਮਿਲਿਆ, ਉਨਾ ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਨਹੀਂ ਮਿਲਿਆ। ਪ੍ਰਦੇਸਾਂ ਅੰਦਰ ਅਤੇ ਦੇਸ਼ ਦੇ ਅੰਦਰ ਵੀ ਹਿੰਦੂਆਂ ਅਤੇ ਮੁਸਲਮਾਨਾਂ 'ਚੋਂ ਇੱਕਾ ਦੁੱਕਾ ਵਿਅਕਤੀ ਹੀ ਗਦਰ ਲਹਿਰ ਵਿੱਚ ਸ਼ਾਮਿਲ ਹੋਏ। ਪਤਵੰਤਾ ਵਰਗ। ਸਾਰੇ ਹੀ ਸਮਾਜਾਂ ਅੰਦਰ ਪਤਵੰਤੇ ਵਰਗ ਦੀ ਸੰਖਿਆ ਭਾਵੇਂ ਬਹੁਤ ਥੋੜ੍ਹੀ ਹੁੰਦੀ ਹੈ, ਪਰੰਤੂ ਇਸ ਵਰਗ ਦਾ ਸਮਾਜ ਅੰਦਰ ਅਸਰ ਰਸੂਖ ਉਹਨਾਂ ਦੀ ਸੰਖਿਆ ਨਾਲੋਂ ਕਿਤੇ ਵਧਵੇਂ ਅਨੁਪਾਤ ਵਿੱਚ ਹੁੰਦਾ ਹੈ। ਇਸ ਕਰਕੇ ਰਾਜ ਵਿਰੋਧੀ ਲਹਿਰਾਂ ਦੀ ਤਕਦੀਰ ਆਮ ਕਰਕੇ ਪਤਵੰਤੇ ਵਰਗ ਦੇ ਰਵੱਈਏ ਨਾਲ ਜੁੜੀ ਹੁੰਦੀ ਹੈ। ਆਮ ਤੌਰ 'ਤੇ ਹਰੇਕ ਰਾਜ ਪਤਵੰਤੇ ਵਰਗ ਦੀ ਹਮਾਇਤ ਅਤੇ ਵਫ਼ਾਦਾਰੀ ਨੂੰ ਯਕੀਨੀ ਬਣਾਉਣ ਦੇ ਯਤਨ ਕਰਦਾ ਹੈ। ਇਸ ਨੂੰ ਉਚੇਚੇ ਹੱਕਾਂ ਅਤੇ ਸਹੂਲਤਾਂ ਨਾਲ ਨਿਵਾਜਿਆ ਜਾਂਦਾ ਹੈ। ਆਮ ਹਾਲਤਾਂ ਵਿੱਚ ਇਹ ਵਰਗ ਰਾਜ ਪ੍ਰਤੀ ਵਫ਼ਾਦਾਰ ਬਣਿਆ ਰਹਿੰਦਾ ਹੈ, ਪਰ ਕੁਝ ਵਿਸ਼ੇਸ਼ ਹਾਲਤਾਂ ਵਿੱਚ ਇਹ ਵਰਗ ਵੇਲੇ ਦੀਆਂ ਹੁਕਮਰਾਨ ਤਾਕਤਾਂ ਨਾਲ ਟਕਰਾਅ ਵਿੱਚ ਆ ਜਾਂਦਾ ਹੈ। ਇਸ ਵਰਗ ਦਾ ਇੱਕ ਲੱਛਣ ਸਰਵਲੌਕਿਕ ਹੈ। ਉਹ ਕਿਸੇ ਵੀ ਮਸਲੇ ਬਾਰੇ ਨਫ਼ੇ ਨੁਕਸਾਨ ਦਾ ਹਿਸਾਬ ਕਿਤਾਬ ਲਾ ਕੇ ਹੀ ਆਪਣਾ ਰਵੱਈਆ ਧਾਰਨ ਕਰਦਾ ਹੈ। ਮਿਸਾਲ ਵਜੋਂ ਆਮ ਰੂਪ ਵਿੱਚ ਇਹ ਵਰਗ ਵਿਦੇਸ਼ੀ ਰਾਜ ਦੀ ਵਫ਼ਾਦਾਰੀ ਦੇ ਬਦਲੇ ਵਿੱਚ ਆਪਣੇ ਲਈ ਕੁਝ ਵਿਸ਼ੇਸ਼ ਰਿਆਇਤਾਂ ਲੈਣ ਦੀ ਪਹੁੰਚ ਅਪਣਾ ਕੇ ਚੱਲਦਾ ਹੈ, ਪਰੰਤੂ ਜੇਕਰ ਇਸ ਵਰਗ ਨੂੰ ਕਿਸੇ ਵੇਲੇ ਇੱਕ ਤਾਂ ਵਿਦੇਸ਼ੀ ਰਾਜ ਦਾ ਖਾਤਮਾ ਯਕੀਨੀ ਨਜ਼ਰ ਆਉਣ ਲੱਗ ਪਵੇ ਅਤੇ ਦੂਜਾ ਵਿਦੇਸ਼ੀ ਰਾਜ ਦੇ ਖਾਤਮੇ ਨਾਲ ਉਸ ਨੂੰ ਆਪਣੇ ਰੁਤਬੇ ਅਤੇ ਵਕਾਰ ਵਿੱਚ ਵਾਧਾ ਹੁੰਦਾ ਦਿਖੇ, ਤਾਂ ਇਹ ਵਰਗ ਵਿਦੇਸ਼ੀ ਰਾਜ ਦੇ ਖਾਤਮੇ ਦੀ ਮੁਹਿੰਮ ਦਾ ਮੋਹਰੀ ਬਣਨ ਵਿੱਚ ਦੇਰ ਨਹੀਂ ਲਾਉਂਦਾ। ਪਰ ਅਜਿਹਾ ਉਹ ਉਸ ਸੂਰਤ ਵਿੱਚ ਹੀ ਕਰਦਾ ਹੈ ਜਦੋਂ ਉਸ ਨੂੰ ਲਹਿਰ ਦੀ ਵਾਂਗਡੋਰ ਆਪਣੇ ਹੱਥਾਂ ਵਿੱਚ ਹੋਣ ਬਾਰੇ ਭਰੋਸਾ ਬੱਝ ਜਾਂਦਾ ਹੈ। ਮਿਸਾਲ ਵਜੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਭਾਵੇਂ 1885 ਈਸਵੀ ਵਿੱਚ ਹੋ ਗਈ ਸੀ, ਪਰ ਜਿੰਨਾ ਚਿਰ ਬਸਤੀਵਾਦੀ ਰਾਜ ਵਿਰੁੱਧ ਸੰਘਰਸ਼ ਦੇ ਅੰਦਰ ਗਾਂਧੀ ਦੀ ਲੀਡਰਸ਼ਿਪ ਅਸਰਦਾਰ ਰੂਪ ਵਿੱਚ ਸਥਾਪਿਤ ਨਹੀਂ ਹੋਈ ਸੀ, ਉਨਾ ਚਿਰ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦਾ ਨਾਅਰਾ ਨਹੀਂ ਦਿੱਤਾ ਸੀ। ਉਹ ਬਸਤੀਵਾਦੀ ਰਾਜ ਦੇ ਅੰਦਰ ਹੀ ਵੱਧ ਹੱਕਾਂ ਅਤੇ ਰਿਆਇਤਾਂ ਲਈ ਲੜਦੀ ਰਹੀ ਸੀ। ਜਦੋਂ ਇਹ ਵਰਗ ਰਾਜ ਦਾ ਪੱਖਪਾਤੀ ਹੁੰਦਾ ਹੈ ਤਾਂ ਇਸ ਨਾਲ ਰਾਜ ਨੂੰ ਤਕੜਾਈ ਮਿਲਦੀ ਹੈ।
ਪਰ ਜਦੋਂ ਇਹ ਰਾਜ ਦੇ ਵਿਰੋਧ ਦਾ ਪੈਂਤੜਾ ਧਾਰਨ ਕਰਦਾ ਹੈ ਤਾਂ ਇਸ ਨਾਲ ਰਾਜ ਵਿਰੋਧੀ ਲਹਿਰ ਅਤੇ ਤਾਕਤਾਂ ਦਾ ਪੱਖ ਮਜ਼ਬੂਤ ਹੋ ਜਾਂਦਾ ਹੈ। ਇਸ ਕਰਕੇ ਜਿਵੇਂ ਇਸ ਵਰਗ ਦੀ ਹਮਾਇਤ ਰਾਜ ਦੀ ਸਲਾਮਤੀ ਲਈ ਜ਼ਰੂਰੀ ਹੁੰਦੀ ਹੈ, ਉਵੇਂ ਰਾਜ ਦਾ ਖਾਤਮਾ ਕਰਨ ਲਈ ਜੂਝਣ ਵਾਲੀਆਂ ਤਾਕਤਾਂ ਲਈ ਵੀ ਇਸ ਵਰਗ ਦੀ ਹਮਾਇਤ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਜਿਸ ਵੇਲੇ ਰਾਜ ਨੂੰ ਅੰਦਰੂਨੀ ਗੜਬੜ ਦਾ ਖਤਰਾ ਖੜਾ ਹੁੰਦਾ ਹੈ ਤਾਂ ਉਸ ਵੇਲੇ ਪਤਵੰਤੇ ਵਰਗ ਦਾ ਮੁੱਲ ਵੱਧ ਜਾਂਦਾ ਹੈ। ਅੰਦਰੂਨੀ ਗੜਬੜ ਨੂੰ ਕਾਬੂ ਕਰਨ ਲਈ ਰਾਜ ਨੂੰ ਪਤਵੰਤੇ ਵਰਗ ਦੀਆਂ ਸੇਵਾਵਾਂ ਦੀ ਉਚੇਚੀ ਲੋੜ ਪੈ ਜਾਂਦੀ ਹੈ। ਉਸ ਵੇਲੇ ਰਾਜ ਨੂੰ ਇਸ ਵਰਗ ਨੂੰ ਖੁਸ਼ ਕਰਨ ਅਤੇ ਇਸ ਦੀ ਹਮਾਇਤ ਯਕੀਨੀ ਬਣਾਉਣ ਲਈ ਇਸ ਉੱਤੇ ਵੱਧ ਮਿਹਰਬਾਨ ਹੋ ਜਾਂਦਾ ਹੈ ਅਤੇ ਇਸ ਨੂੰ ਰਿਆਇਤਾਂ ਦਾ ਵੱਡਾ ਗੱਫਾ ਬਖਸ਼ ਦਿੰਦਾ ਹੈ। 1914-15 ਵਿੱਚ ਭਾਰਤ ਅੰਦਰ ਅਤੇ ਵਿਸ਼ੇਸ਼ ਕਰਕੇ ਪੰਜਾਬ ਅੰਦਰ ਅਜਿਹੀਆਂ ਹੀ ਹਾਲਤਾਂ ਪੈਦਾ ਹੋ ਗਈਆਂ ਸਨ। ਬਸਤੀਵਾਦੀ ਰਾਜ ਲਈ ਦੋਹਰੀ ਆਫਤ ਖੜੀ ਹੋ ਗਈ ਸੀ। ਇੱਕ ਤਾਂ ਬਰਤਾਨਵੀ ਸਾਮਰਾਜ ਨੂੰ ਸੰਸਾਰ ਜੰਗ ਵਿੱਚ ਉਲਝਣਾ ਪੈ ਗਿਆ ਸੀ ਅਤੇ ਉਸ ਨੂੰ ਨਾ ਸਿਰਫ ਸਮੁੱਚੀ ਬਰਤਾਨਵੀ ਫੌਜ ਯੂਰਪ ਅਤੇ ਮੱਧ ਪੂਰਬ ਦੇ ਮੋਰਚਿਆਂ ਉੱਤੇ ਤੈਨਾਤ ਕਰਨੀ ਪੈ ਗਈ ਸੀ, ਬਲਕਿ ਭਾਰਤ ਅੰਦਰੋਂ ਵੀ ਭਾਰੀ ਗਿਣਤੀ ਵਿੱਚ ਫੌਜ ਬਾਹਰਲੇ ਮੋਰਚਿਆਂ ਉੱਤੇ ਭੇਜਣ ਦੀ ਮਜਬੂਰੀ ਬਣ ਗਈ ਸੀ। ਐਨ ਉਸੇ ਵੇਲੇ ਗਦਰ ਪਾਰਟੀ ਵੱਲੋਂ ਪੰਜਾਬ ਅੰਦਰ ਫੌਜੀ ਅਤੇ ਜਨਤਕ ਬਗਾਵਤ ਜਥੇਬੰਦ ਕਰਨ ਦੇ ਗੰਭੀਰ ਯਤਨਾਂ ਨੇ ਬਸਤੀਵਾਦੀ ਰਾਜ ਨੂੰ ਭਾਜੜਾਂ ਪਾ ਦਿੱਤੀਆਂ ਸਨ। ਸੰਕਟ ਵਿੱਚ ਫਸੇ ਸਾਮਰਾਜੀ ਅਤੇ ਬਸਤੀਵਾਦੀ ਹਾਕਮਾਂ ਨੂੰ ਭਾਰਤ ਦੇ ਪਤਵੰਤੇ ਵਰਗ ਦੇ ਸਹਿਯੋਗ ਦੀ ਅਤੀ ਜ਼ਰੂਰੀ ਲੋੜ ਪੈ ਗਈ ਸੀ। ਇਹ ਸਹਿਯੋਗ ਦੋਵੇਂ ਹੀ ਕਾਰਜਾਂ ਜੰਗ ਜਿੱਤਣ ਅਤੇ ਗਦਰ ਦੇ ਯਤਨਾਂ ਨੂੰ ਕੁਚਲਣ ਲਈ ਬੇਹੱਦ ਜ਼ਰੂਰੀ ਸੀ। ਇਸ ਤੱਥ ਦੇ ਬਾਵਜੂਦ ਕਿ ਭਾਰਤ ਅੰਦਰ ਪਤਵੰਤਾ ਵਰਗ ਇੱਕ ਜਿਣਸੀ ਨਹੀਂ ਸੀ, ਬਲਕਿ ਧਾਰਮਿਕ ਧੜਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿਚਕਾਰ ਆਪਸੀ ਵਿਰੋਧ ਅਤੇ ਬਖੇੜੇ ਸਨ। ਬਸਤੀਵਾਦੀ ਰਾਜ ਨੂੰ ਸਹਿਯੋਗ ਦੇਣ ਦੇ ਮਸਲੇ ਤੇ ਤਿੰਨੇ ਹੀ ਧਾਰਮਿਕ ਭਾਈਚਾਰਿਆਂ ਦੇ ਪਤਵੰਤੇ ਵਰਗ ਇਕਮਤ ਹੋ ਗਏ ਸਨ। ਕਾਂਗਰਸ ਪਾਰਟੀ ਦੇ ਨਾਮਵਰ ਆਗੂਆਂ ਤੋਂ ਲੈ ਕੇ ਤਿੰਨੇ ਹੀ ਧਾਰਮਿਕ ਭਾਈਚਾਰਿਆਂ ਦੇ ਪਤਵੰਤੇ ਵਰਗਾਂ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਪੂਰੀ ਬੇਹਯਾਈ ਨਾਲ ਅੰਗਰੇਜ਼ ਸਰਕਾਰ ਦੀ ਪਿੱਠ ਠੋਕੀ ਸੀ। ਚੀਫ ਖਾਲਸਾ ਦੀਵਾਨ ਦੇ ਆਗੂਆਂ ਵੱਲੋਂ ਅੰਗਰੇਜ਼ ਹਾਕਮਾਂ ਦਾ ਪਿੱਠੂਪੁਣਾ ਕਰਨ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਪਰ ਦੂਸਰੇ ਧਰਮਾਂ ਦੀਆਂ ਸੰਸਥਾਵਾਂ ਵੀ ਫਰੰਗੀ ਹਕੂਮਤ ਦਾ ਗੋਲਪੁਣਾ ਕਰਨ ਵਿੱਚ ਪਿੱਛੇ ਨਹੀਂ ਰਹੀਆਂ ਸਨ। ਆਰੀਆ ਸਮਾਜ ਨੇ ਜੰਗ ਛਿੜਨ ਤੋਂ ਬਹੁਤ ਪਹਿਲਾਂ ਹੀ ਇਹ ਮਤਾ ਪਾ ਕੇ ਆਪਣੇ ਆਪ ਨੂੰ ਸਰਕਾਰ ਵਿਰੋਧੀ ਰਾਜਸੀ ਸਰਗਰਮੀਆਂ ਨਾਲੋਂ ਵੱਖ ਕਰ ਲਿਆ ਸੀ। ਪੰਜਾਬ ਦੇ ਹਿੰਦੂ ਪਤਵੰਤਿਆਂ ਦੀ ਮਾਣਯੋਗ ਸੰਸਥਾ ਪੰਜਾਬ ਹਿੰਦੂ ਸਭਾ ਨੇ ਅੰਗਰੇਜ਼ ਸਰਕਾਰ ਦੀ ਅਡੋਲ ਮਦਦ ਕੀਤੀ ਸੀ, ਜਿਸ ਕਰਕੇ ਗਦਰ ਪਾਰਟੀ ਨੇ ਪੰਜਾਬੀ ਹਿੰਦੂ ਸਭਾ ਦਾ ਨਾਂ ਵਿਗਾੜ ਕੇ ਇਸ ਨੂੰ ਹਿੰਦੂ ਮੂਰਖਾਂ ਦੀ ਸਭਾ ਅਤੇ ਇਸ ਦੇ ਮੈਂਬਰਾਂ ਨੂੰ ਗੰਦਗੀ ਦੇ ਕੀੜੇ ਕਹਿ ਕੇ ਭੰਡਿਆ ਸੀ। ਗੁਰੂਕੁਲ ਦੇ ਪ੍ਰਮੁੱਖ ਲਾਲਾ ਮੁਨਸ਼ੀ ਰਾਮ ਨੇ ਭਾਰਤ ਦੇ ਵਾਇਸਰਾਏ ਨੂੰ ਆਪਣੀ ਸੰਸਥਾ ਵਿੱਚ ਬੁਲਾ ਕੇ ਸਨਮਾਨਿਤ ਕਰਨ ਦਾ ਕੁਕਰਮ ਕੀਤਾ ਸੀ ਅਤੇ ਗਦਰ ਪਾਰਟੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਰਾਜ ਦੇ ਸ਼ਹਿਨਸ਼ਾਹ ਵਿਰੁੱਧ ਬਗਾਵਤ ਕਰਨੀ ਹਿੰਦੂ ਧਰਮ ਦੇ ਅਸੂਲਾਂ ਦੀ ਉਲੰਘਣਾ ਹੈ। ਲਾਹੌਰ ਦੇ ਰਾਏ ਬਹਾਦਰ ਰਾਮ ਸਰਨ ਦਾਸ ਨੇ ਮਾਈਕਲ ਅਡਵਾਇਰ ਨੂੰ ਆਪਣੇ ਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਦੇ ਨਿਉਂਦੇ ਨਾਲ ਨਿਵਾਜਿਆ ਸੀ। ਇਸ ਵੰਨਗੀ ਦੀਆਂ ਦਰਜਨਾਂ ਮਿਸਾਲਾਂ ਗਿਣਾਈਆਂ ਜਾ ਸਕਦੀਆਂ ਹਨ। ਹਿੰਦੂ ਕੌਮੀ ਆਗੂਆਂ ਦੀ ਦੇਸ਼ ਭਗਤੀ ਦੇ ਕੁਝ ਨਮੂਨੇ। ਮਦਨ ਮੋਹਨ ਮਾਲਵੀਆ ਨੇ ਜੰਗ ਦੇ ਦੌਰਾਨ ਇਲਾਹਾਬਾਦ ਦੀ ਇੱਕ ਸਭਾ ਵਿੱਚ ਬੋਲਦਿਆਂ ਕਿਹਾ, ਸਾਡਾ ਭਵਿੱਖ ਇੰਗਲੈਂਡ ਦੇ ਭਵਿੱਖ ਨਾਲ ਪੱਕੀ ਤਰ੍ਹਾਂ ਬੱਝਿਆ ਹੋਇਆ ਹੈ। ਇੰਗਲੈਂਡ ਹਾਰਿਆ ਤਾਂ ਸਾਡੇ ਉੱਪਰ ਸੰਕਟ ਆਉਣਗੇ। ਮੈਨੂੰ ਇਹ ਘੋਸ਼ਣਾ ਕਰਨ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਮੈਂ ਬਰਤਾਨਵੀ ਤਾਜ ਦਾ ਵਫਾਦਾਰ ਹਾਂ, ਕਿਉਂਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਦਾਦਾ ਭਾਈ ਨਰੋਜੀ ਨੇ ਯੁੱਧ ਦੇ ਐਲਾਨ ਤੋਂ ਇੱਕ ਹਫ਼ਤਾ ਪਹਿਲਾਂ ਲਿਖੇ ਲੇਖ ਵਿੱਚ ਲਿਖਿਆ ਸੀ, ਮੇਰੇ ਮਨ ਵਿੱਚ ਕੁਝ ਵੀ ਸੰਦੇਹ ਨਹੀਂ ਹੈ ਕਿ ਭਾਰਤ ਦਾ ਹਰੇਕ ਵਸਿੰਦਾ ਕੇਵਲ ਇੱਕੋ ਇੱਕ ਇੱਛਾ ਤੋਂ ਪ੍ਰੇਰਿਤ ਹੋਵੇਗਾ ਕਿ ਇੰਗਲੈਂਡ ਦੀ ਪਰਜਾ ਨਿਆਂ, ਆਤਮ ਸਨਮਾਨ ਅਤੇ ਮਨੁੱਖ ਦੀ ਮਹੱਤਤਾ ਅਤੇ ਪ੍ਰਸੰਨਤਾ ਦੇ ਲਈ ਸ਼ਾਨਦਾਰ ਸੰਘਰਸ਼ ਵਿੱਚ ਲੱਗੀ ਹੋਈ ਹੈ। ਇਸ ਵਿੱਚ ਸਾਨੂੰ ਅੰਗਰੇਜ਼ਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਗਾਂਧੀ ਦੇ ਵਚਨ।
बिना किसी भी शर्त ते पूरे मन नाल अंग्रेजी सरकार की लड़ाई जितन लई सहायता करना सानू जिन्ना छेती साडे लक्ष्य दे कोल लै जावेगा उन्ना होर कोई साधन नहीं। असी साम्राज लई लड़ के देश की आज़ादी नू प्राप्त कर सकते हाँ। साम्राज की सहायता ना करना राष्ट्रीय आत्म हत्या करन दे बराबर है। लोकमान्य तिलक ने मराठा दे 21 सितंबर 1914 के अंक विच लिखिया सी, यह ठीक ही कहा गया है कि बरतानवी शासन भारत उपर ना केवल सभ्यता पूर्ण शासन द्वारा वख-वख धर्मां ते जातियां विचकार एकता उत्पन्न करके एक राष्ट्र विच बनन लई सहायक सिद्ध हो रहा सी। मैं विश्वास नहीं कर सकता कि अगर आज़ादी प्रेमी अंग्रेज़ां तो बिना कोई होर जाति साडे उपर राज कर रही हुंदी अते ओह साडी राष्ट्रीय भावना दा इस कदर विकास करदी। इस करके मेरा दृढ़ विश्वास है कि इस विश्व युद्ध के मौके हरेक छोटे वड्डे अमीर गरीब भारती का यह फर्ज बनता है कि अंग्रेज बादशाह की वध तो वध सहायता करो। सीडिशन कमेटी की रिपोर्ट विच साफ लिखिया होया है कि अगस्त 1914 विच जदों तिलक की कैद की म्याद मुक गई अते उसने एक बयान राही अंग्रेज सरकार का विरोधी होने तो इनकार करते हुए उस वेले भारत के वख-वख हिस्सों अंदर सरकार के विरुद्ध किए जा रहे हिंसक कारनामिਆਂ की निंदा की सी। तिलक के उपरोक्त बयान वाल विशेष ध्यान देने की लोड़ है क्योंकि गदर पार्टी दीआं सफ़ां अंदर तिलक के इनकलाबी होने बारे वड्डा भरम बनिया होया सी। यह भरम फैलाउण विच ज्ञानी भगवान सिंह प्रीतम का वड्डा रोल सी जिसने अपनियां कवितावां विच तिलक की जय जयकार की सी। इसका वड्डा कारण यह सी कि भाई भगवान सिंह मानसिक पद्धर ते वैदिक संस्कृति के गहरे असर हेठ सी जिस करके उसने अपनियां कवितावां अते लिखतां अंदर हिंदू राष्ट्रवादी चिन्हां अते प्रतीकां दी वधदी वरतों कीती सी। उसने तिलक दे नाल ही हिंदूत्वी विचारधारा के जन्मदाते सावरकर नूं भी बहुत उजियाया सी। सावरकर नूं जदों काले पानी की सज़ा दे के अंडेमान भेज दिता सी तां उसने थोड़े ही चिरां बाद अंग्रेज सरकार अगे रहम की अपील की सी जिस विच उसने लिखती रूप विच सरकार नूं यह यकीन दवाया सी कि वह बरतानवी सरकार की जिस भी हैसियत विच वह चाहे सेवा करन लई तैयार सी। पंजाब केसरी अते शेरे पंजाब कह के वडियाए जांदे लाला लाजपत राय ने पहली संसार जंग शुरू होने तो अगले ही दिन चोटी दे सनअतकार जमशेद जी टाटा अते मुस्लिम आगू मुहम्मद अली जिन्नाह वर्गे 54 प्रमुख व्यक्तियों नाल रल के साझा बयान दिता सी जिस विच लाले होरां ने देश अंदर शांति बनाई रखने की अपील की सी अते परमात्मा तो बरतानवी सल्तनत की जित लई आशीर्वाद मंगी सी। बयान विच कहा गया सी असीं महामया महाराज जी की भारती प्रजा जो हुण अंतरराष्ट्रीय महानगर के वासी हाँ यह दसना अपना करतव्य अते फर्ज समझते हाँ कि जो साडा विश्वास है उही सारे भारत की व्यापक भावना है अते वह है जंग विच बरतानवी सेना की जित की सुहिरद तांग। इस तो अगाह सानू इस विच रति भर भी शक नहीं कि पहले मौक़िਆਂ वांग ही जद बरतानवी सेनावां सल्तनत दे हितां दी राखी विच जुटियां हुंदियां सन हुण भी भारत के महाराजे अते लोक देश के सब वसीले महाराज अधिकार की सेवा विच हाजिर करन लई अपनी योग्यता अनुसार पूरा ताण ला देणगे। अमन के समयां विच देश के अंदरूनी प्रशासन नूं प्रभावित करन वाले सवालों बारे कोई भी मतभेद पिया होवे पर विदेशी दुश्मन दे रूबरू भारती लोकां दी शाही तख्त प्रति शरधा अंदरूनी शांति अते तालमेल की भावना पैदा करन लई अजिहे रंग लियाएगी अते सल्तनत की छेती तो छेती जित नूं यकीनी बनाउण लई पूरे तन मन नाल बरतानवी कौम नाल एक मुठता की सिरजना हो जाएगी।
ਕੌਮੀ ਆਗੂਆਂ ਦੀ ਇਸ ਪੋਜੀਸ਼ਨ ਨਾਲ ਨਿਸ਼ਚਿਤ ਤੌਰ ਤੇ ਗਦਰ ਪਾਰਟੀ ਦੇ ਬਗਾਵਤ ਕਰਨ ਦੇ ਯਤਨਾਂ ਨੂੰ ਕਾਫੀ ਧੱਕਾ ਲੱਗਾ। ਇਸ ਨਾਲ ਸਰਕਾਰ ਲਈ ਗਦਰ ਲਹਿਰ ਨੂੰ ਬੇਰਹਿਮੀ ਨਾਲ ਕੁਚਲਣਾ ਸੁਖਾਲਾ ਹੋ ਗਿਆ ਸੀ। ਮਜ਼ਲੂਮ ਵਰਗਾਂ ਦੀ ਮਹਿਰਮ ਉੱਗੀ ਵਿਦਵਾਨ ਗੇਲ ਓਮਵੈਟ ਦਾ ਇਹ ਨਿਰਣਾ ਗਲਤ ਨਹੀਂ ਕਿਹਾ ਜਾ ਸਕਦਾ ਕਿ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਜੰਗ ਦੌਰਾਨ ਬਰਤਾਨੀਆ ਦਾ ਵਿਰੋਧ ਕਰਨ ਤੋਂ ਇਨਕਾਰੀ ਹੋਣ ਦੇ ਮਾਹੌਲ ਵਿੱਚ ਸਿੱਖ ਗਦਰੀਆਂ ਦੀ ਬਗਾਵਤ ਕੁਚਲ ਦਿੱਤੀ ਗਈ। ਬਾਬਾ ਸੋਹਣ ਸਿੰਘ ਭਕਨਾ ਨੂੰ ਦੁਖੀ ਹੋ ਕੇ ਸਖਤ ਸ਼ਬਦਾਂ ਵਿੱਚ ਕਹਿਣਾ ਪਿਆ ਸੀ ਕਿ ਹਿੰਦੀ ਲੀਡਰਾਂ ਨੇ ਆਪਣੇ ਹੱਥੀਂ ਦੇਸ਼ ਭਗਤਾਂ ਦੀਆਂ ਗਰਦਨਾਂ ਵੱਢੀਆਂ, ਉਹਨਾਂ ਨੂੰ ਮੂਰਖ ਆਖ ਕੇ ਦੁਨੀਆ ਸਾਹਮਣੇ ਬਦਨਾਮ ਕੀਤਾ। ਦੇਸ਼ ਕੌਮ ਦੀ ਹਮਦਰਦੀ ਦਾ ਰੌ ਦੇਸ਼ ਭਗਤਾਂ ਵੱਲ ਮੋੜਨ ਦੀ ਥਾਂ ਉਲਟ ਅੰਗਰੇਜ਼ ਮਾਲਕਾਂ ਵੱਲ ਵਗਾਇਆ। ਸਾਰੇ ਦੇਸ਼ ਨੂੰ ਧੋਖਾ ਦੇ ਕੇ ਗਦਰ ਲਹਿਰ ਨੂੰ ਫੇਲ ਕੀਤਾ ਅਤੇ ਕੌਮ ਦੀਆਂ ਸਾਰੀਆਂ ਸੁਤੰਤਰ ਆਸਾਂ ਉਮੀਦਾਂ ਜੋ ਉਸ ਸੁਨਹਿਰੀ ਮੌਕੇ ਪਰ ਰੂਸ ਵਾਂਗੂ ਫਲਣੀਆਂ ਫੁੱਲਣੀਆਂ ਸਨ, ਆਪਣੇ ਹੱਥੀਂ ਉਹਨਾਂ ਦਾ ਗਲ ਵੱਢਿਆ। ਮੈਂ ਸੱਚ ਕਹਿੰਦਾ ਹਾਂ ਕਿ ਗਦਰ ਪਾਰਟੀ ਦੇ ਫੇਲ ਹੋ ਜਾਣ ਦਾ ਜੇ ਸਭ ਤੋਂ ਵੱਧ ਸਬੱਬ ਹੈ ਤਾਂ ਉਸ ਵਕਤ ਦੇ ਹਿੰਦੀ ਲੀਡਰਾਂ ਦੀ ਗਲਤੀ ਅਤੇ ਕਮਜ਼ੋਰੀ ਹੀ ਹੈ। ਸਿੱਖ ਪਤਵੰਤਿਆਂ ਦੀ ਵਿਸ਼ੇਸ਼ ਸਥਿਤੀ। ਸਿੱਖ ਪਤਵੰਤਿਆਂ ਚੀਫ ਖਾਲਸਾ ਦੀਵਾਨ ਦੇ ਆਗੂਆਂ ਤੋਂ ਲੈ ਕੇ ਸਿੱਖ ਰਜਵਾੜਿਆਂ, ਭੋਏ ਸਰਦਾਰਾਂ, ਕੇਂਦਰੀ ਅਤੇ ਸੂਬਾਈ ਕੌਂਸਲਾਂ ਦੇ ਮੈਂਬਰਾਂ, ਜੈਲਦਾਰਾਂ, ਸਫੇਦ ਪੋਸ਼ਾਂ ਆਦਿ ਨੇ ਗਦਰ ਪਾਰਟੀ ਨੂੰ ਕੁਚਲਣ ਅਤੇ ਜੰਗ ਦੌਰਾਨ ਸਿੱਖਾਂ ਨੂੰ ਬਰਤਾਨਵੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਣ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਪਰੰਤੂ ਇਹ ਤੱਥ ਬਹੁਤ ਹੀ ਹੈਰਾਨੀਜਨਕ ਅਤੇ ਉਘੜਵਾਂ ਹੈ ਕਿ ਗਦਰ ਪਾਰਟੀ ਬਾਰੇ ਰਾਸ਼ਟਰਵਾਦੀ ਨੁਕਤਾ ਨਜ਼ਰ ਤੋਂ ਲਿਖੀਆਂ ਗਈਆਂ ਲਿਖਤਾਂ ਵਿੱਚ ਜਿੱਥੇ ਸਿੱਖ ਪਤਵੰਤਿਆਂ ਦੀ ਵਧਵੀਂ ਅਤੇ ਖਰਵੀਂ ਆਲੋਚਨਾ ਕੀਤੀ ਗਈ ਹੈ, ਉੱਥੇ ਦੂਜੇ ਧਾਰਮਿਕ ਭਾਈਚਾਰਿਆਂ ਦੇ ਪਤਵੰਤਿਆਂ, ਖਾਸ ਕਰਕੇ ਹਿੰਦੂ ਪਤਵੰਤਿਆਂ ਅਤੇ ਕੌਮੀ ਆਗੂਆਂ ਦੀ ਅੰਗਰੇਜ਼ ਭਗਤੀ ਦਾ ਜ਼ਿਕਰ ਬਹੁਤ ਹੀ ਮਲਵੀ ਜੀਵ ਨਾਲ ਕੀਤਾ ਗਿਆ ਹੈ। ਹਾਲਾਂਕਿ ਸਿੱਖ ਪਤਵੰਤਿਆਂ ਦੀ ਸਥਿਤੀ ਦੂਸਰੇ ਵਰਗਾਂ ਨਾਲੋਂ ਕਾਫੀ ਅਲੱਗ ਅਤੇ ਵਿਸ਼ੇਸ਼ ਸੀ। ਗਦਰ ਲਹਿਰ ਮੁੱਖ ਰੂਪ ਵਿੱਚ ਸਿੱਖਾਂ ਦੀ ਲਹਿਰ ਹੋਣ ਕਰਕੇ ਸਿੱਖ ਪਤਵੰਤਿਆਂ ਉੱਤੇ ਇਸ ਲਹਿਰ ਦੇ ਵਿਰੋਧ ਵਿੱਚ ਸਰਗਰਮ ਹੋਣ ਲਈ ਬਰਤਾਨਵੀ ਪ੍ਰਸ਼ਾਸਨ ਦਾ ਵੱਧ ਦਬਾਅ ਸੀ। ਹਿੰਦੂ ਅਤੇ ਮੁਸਲਿਮ ਸਮਾਜਾਂ ਅੰਦਰ ਗਦਰ ਲਹਿਰ ਵਰਗੀ ਵਿਸਫੋਟਕ ਹਾਲਤ ਨਹੀਂ ਬਣੀ ਸੀ। ਭਾਵੇਂ ਕਿ ਬੰਗਾਲ ਅੰਦਰ ਹਿੰਦੂ ਕ੍ਰਾਂਤੀਕਾਰੀ ਸਰਕਾਰ ਵਿਰੁੱਧ ਇੱਕਾ ਦੁੱਕਾ ਹਥਿਆਰਬੰਦ ਕਾਰਨਾਮੇ ਕਰ ਰਹੇ ਸਨ, ਪਰ ਉਹਨਾਂ ਦੀਆਂ ਇਹਨਾਂ ਕਾਰਵਾਈਆਂ ਦਾ ਫੌਜ ਅਤੇ ਹਿੰਦੂ ਜਨਤਾ ਉੱਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਨਾਲੇ ਜਿਵੇਂ ਪਿੱਛੇ ਦੱਸਿਆ ਗਿਆ ਹੈ, ਸਿੱਖਾਂ ਵਾਂਗੂ ਆਮ ਹਿੰਦੂ ਜਨਤਾ ਨੂੰ ਸਰਕਾਰ ਵਿਰੁੱਧ ਲੜਨ ਲਈ ਉਤੇਜਿਤ ਕਰਨ ਵਾਲਾ ਕੋਈ ਸਮਾਜਿਕ ਅਤੇ ਧਾਰਮਿਕ ਮੁੱਦਾ ਨਹੀਂ ਸੀ, ਜਿਸ ਕਰਕੇ ਅੰਗਰੇਜ਼ ਸਰਕਾਰ ਹੋਰਨਾਂ ਵਰਗਾਂ ਦੀ ਤੁਲਨਾ ਵਿੱਚ ਸਿੱਖਾਂ ਤੋਂ ਵੱਧ ਭੈਭੀਤ ਹੋ ਗਈ ਸੀ। ਨਾਲ ਜੁੜਵਾਂ ਹੋਰ ਤੱਥ ਇਹ ਕਿ ਸਿੱਖ ਸਮਾਜ ਜੰਗ ਦੌਰਾਨ ਫੌਜੀ ਭਰਤੀ ਦਾ ਮੁੱਖ ਸੋਮਾ ਹੋਣ ਕਰਕੇ ਬਰਤਾਨਵੀ ਹਕੂਮਤ ਨੂੰ ਸਿੱਖਾਂ ਦੇ ਸਹਿਯੋਗ ਦੀ ਆਕਸੀਜਨ ਜਿੰਨੀ ਹੀ ਲੋੜ ਬਣ ਗਈ ਸੀ। ਇਹਨਾਂ ਤੱਥਾਂ ਕਰਕੇ ਅੰਗਰੇਜ਼ ਪ੍ਰਸ਼ਾਸਨ, ਖਾਸ ਕਰਕੇ ਪੰਜਾਬ ਦੇ ਤਤਕਾਲੀ ਗਵਰਨਰ ਮਾਈਕਲ ਅਡਵਾਇਰ ਨੇ ਸਿੱਖ ਪਤਵੰਤਿਆਂ ਨੂੰ ਸਰਕਾਰ ਦੇ ਪੱਖ ਵਿੱਚ ਲਾਮਬੰਦ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਦੂਸਰੇ ਵਰਗਾਂ ਦੇ ਪਤਵੰਤਿਆਂ ਉੱਤੇ ਮੁਕਾਬਲਤਨ ਇੰਨਾ ਦਬਾਅ ਨਹੀਂ ਸੀ। ਸਿੱਖ ਪਤਵੰਤਿਆਂ ਦੀ ਸਥਿਤੀ ਇੱਕ ਹੋਰ ਅਹਿਮ ਪੱਖ ਤੋਂ ਕਾਫੀ ਵਿਸ਼ੇਸ਼ ਸੀ। ਗਦਰੀ ਸੰਗਰਾਮੀਆਂ ਨੇ ਸਰਕਾਰ ਨਾਲ ਮਿਲਵਰਤਨ ਕਰ ਰਹੇ ਸਿੱਖ ਪਤਵੰਤੇ ਵਰਗ ਨਾਲੋਂ ਦੋ ਟੁਕ ਨਖੇੜਾ ਕਰ ਲਿਆ ਸੀ। ਸਿੱਖਾਂ ਦੇ ਵਿਸ਼ੇਸ਼ ਖਾਸੇ ਅਨੁਸਾਰ ਗਦਰੀ ਇਨਕਲਾਬੀਆਂ ਨੇ ਸਰਕਾਰੀ ਝੋਲੀ ਚੁੱਕਾਂ ਵਿਰੁੱਧ ਬਹੁਤ ਹੀ ਤਿੱਖੀ ਨਫ਼ਰਤ ਦਿਖਾਈ ਅਤੇ ਉਹਨਾਂ ਵਿਰੁੱਧ ਪੁੱਜ ਕੇ ਕਠੋਰ ਭਾਸ਼ਾ ਵਰਤੀ। ਇਸ ਮੌਕੇ ਭਾਈ ਨਿਧਾਨ ਸਿੰਘ ਚੁੱਗਾ, ਭਾਈ ਉੱਤਮ ਸਿੰਘ ਹਾਂਸ ਅਤੇ ਭਾਈ ਗਾਦਾ ਸਿੰਘ ਕੰਚਰਭੰਨ ਨੇ ਤਾਂ ਅੰਗਰੇਜ਼ ਹਕੂਮਤ ਦੇ ਬਦਨਾਮ ਝੋਲੀ ਚੁੱਕ ਲੁਧਿਆਣੇ ਦੇ ਗੱਜਣ ਸਿੰਘ ਵਕੀਲ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਅਰੂੜ ਸਿੰਘ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਆਦਿ ਪਤਵੰਤਿਆਂ ਨੂੰ ਕਤਲ ਕਰਨ ਦਾ ਮਨ ਵੀ ਬਣਾ ਲਿਆ ਸੀ। ਇਸ ਦੀ ਤੁਲਨਾ ਵਿੱਚ ਬੰਗਾਲ ਦੇ ਹਿੰਦੂ ਕ੍ਰਾਂਤੀਕਾਰੀਆਂ ਨੇ ਬੰਗਾਲ ਦੇ ਨਰਮ ਪੰਥੀ ਹਿੰਦੂ ਆਗੂਆਂ ਨਾਲੋਂ ਨਖੇੜੇ ਦੀ ਗੂੜੀ ਲਕੀਰ ਨਹੀਂ ਖਿੱਚੀ ਸੀ। ਉਹ ਇਸ ਮਾਮਲੇ ਵਿੱਚ
ਵਿਰੋਧ ਅਤੇ ਏਕਤਾ ਦਾ ਸੂਤਰ ਅਪਣਾ ਕੇ ਚੱਲੇ। ਬੰਗਾਲ ਦੇ ਨਰਮ ਪੰਥੀਆਂ ਨਾਲ ਉਹਨਾਂ ਦੇ ਰਾਜਸੀ ਵਿਰੋਧਾਂ ਅਤੇ ਵਖਰੇਵਿਆਂ ਦੇ ਬਾਵਜੂਦ ਉਹਨਾਂ ਨੇ ਨਰਮ ਖਿਆਲੀਆਂ ਨਾਲ ਸਹਿਚਾਰ ਬਣਾਈ ਰੱਖਿਆ ਸੀ। ਸਚਿੰਦਰ ਨਾਥ ਸਨਿਆਲ ਦੀ ਸਵੈ ਜੀਵਨੀ ਬੰਦੀ ਜੀਵਨ ਤੋਂ ਇਸ ਦੀ ਭਲੀ ਭਾਂਤ ਪੁਸ਼ਟੀ ਹੁੰਦੀ ਹੈ। ਇਸ ਦੇ ਕਾਰਨ ਸਿਧਾਂਤਕ ਸਨ। ਬੰਗਾਲ ਦੇ ਹਿੰਦੂ ਕ੍ਰਾਂਤੀਕਾਰੀਆਂ ਦੀ ਨਰਮ ਪੰਥੀਆਂ ਨਾਲ ਬੁਨਿਆਦੀ ਵਿਚਾਰਧਾਰਕ ਸਾਂਝ ਸੀ। ਹਿੰਦੂ ਪ੍ਰਧਾਨੀ ਭਾਰਤੀ ਕੌਮ ਦੇ ਸੰਕਲਪ ਅਤੇ ਹਿੰਦੂ ਪ੍ਰਧਾਨੀ ਨੇਸ਼ਟ ਸਟੇਟ ਸਥਾਪਿਤ ਕਰਨ ਦੇ ਬੁਨਿਆਦੀ ਟੀਚੇ ਬਾਰੇ ਦੋਵਾਂ ਵਿਚਕਾਰ ਕੋਈ ਮਤ ਵਖਰੇਵਾਂ ਨਹੀਂ ਸੀ। ਵਖਰੇਵਾਂ ਮੁੱਖ ਤੌਰ 'ਤੇ ਲੜਾਈ ਦੇ ਢੰਗਾਂ ਤੱਕ ਸੀਮਿਤ ਸੀ। ਇਸ ਦੇ ਤੁਲਨਾ ਵਿੱਚ ਗਦਰੀ ਸਿੱਖਾਂ ਇਨਕਲਾਬੀਆਂ ਦੀ ਤਤਕਾਲੀ ਰਾਜਸੀ ਵਾਤਾਵਰਨ ਵਿੱਚ ਸਿੱਖ ਪਤਵੰਤੇ ਵਰਗਾਂ ਨਾਲ ਰਾਜਸੀ ਵਿਚਾਰਧਾਰਾ ਦੀ ਉੱਕਾ ਹੀ ਕੋਈ ਸਾਂਝ ਨਹੀਂ ਸੀ। ਦੋਵਾਂ ਵਿਚਕਾਰ ਪਾੜਾ ਵੱਡਾ ਅਤੇ ਬੁਨਿਆਦੀ ਸੀ। ਅੰਗਰੇਜ਼ ਸਰਕਾਰ ਨੇ ਗਦਰ ਪਾਰਟੀ ਬਾਰੇ ਇਹ ਗਲਤ ਪ੍ਰਭਾਵ ਬਣਾ ਦਿੱਤਾ ਸੀ ਕਿ ਇਸ ਦਾ ਕਰਤਾ ਧਰਤਾ ਲਾਲਾ ਹਰਦਿਆਲ ਸੀ, ਉਸ ਵੇਲੇ ਜਿਸ ਦੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਬਾਰੇ ਕੋਈ ਸ਼ੱਕ ਸੁਭਾਅ ਨਹੀਂ ਸੀ। ਗਦਰ ਪਾਰਟੀ ਵੱਲੋਂ ਹਿੰਦੂ ਰਾਸ਼ਟਰਵਾਦੀ ਚਿੰਨ੍ਹਾਂ ਦੀ ਬੇਦਰੇਗ ਵਰਤੋਂ ਕਰਕੇ ਇਹ ਪ੍ਰਭਾਵ ਪੱਕਾ ਹੋ ਗਿਆ ਸੀ ਕਿ ਸਿੱਖ ਪਤਵੰਤੇ ਵਰਗ ਦਾ ਸਿੱਖ ਰਾਜ ਦੀ ਸਥਾਪਨਾ ਦੇ ਵਿਚਾਰ ਨਾਲ ਤਾਂ ਘੱਟ ਵੱਧ ਲਗਾਅ ਹੋ ਸਕਦਾ ਸੀ, ਪਰੰਤੂ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਨਾਲ ਉਸ ਦੀ ਉਸ ਵੇਲੇ ਉੱਕਾ ਹੀ ਕੋਈ ਸਾਂਝ ਹਮਦਰਦੀ ਨਹੀਂ ਹੋ ਸਕਦੀ ਸੀ। ਹਿੰਦੂ ਪਤਵੰਤੇ ਵਰਗ ਨਾਲੋਂ ਉਸ ਦਾ ਇੱਕ ਅਹਿਮ ਫਰਕ ਸੀ। ਜੇਕਰ ਗਦਰ ਪਾਰਟੀ ਨੇ ਸਿੱਧੇ ਅਤੇ ਸਪਸ਼ਟ ਰੂਪ ਵਿੱਚ ਖਾਲਸਾ ਰਾਜ ਦੀ ਮੁੜ ਸਥਾਪਨਾ ਕਰਨ ਦਾ ਰਾਜਸੀ ਟੀਚਾ ਐਲਾਨਿਆ ਹੁੰਦਾ ਤਾਂ ਸਿੱਖ ਪਤਵੰਤੇ ਵਰਗ ਅੰਦਰਲੇ ਕੁਝ ਤੱਤਾਂ ਦਾ ਗਦਰ ਪਾਰਟੀ ਵੱਲ ਰਵੱਈਆ ਸ਼ਾਇਦ ਇੰਨਾ ਨਾਪੱਖੀ ਨਾ ਹੁੰਦਾ, ਪਰ ਇਸ ਦਾ ਇੱਕ ਉਲਟ ਪੱਖੀ ਨਤੀਜਾ ਇਹ ਹੋਣਾ ਹੀ ਸੀ ਕਿ ਬੰਗਾਲੀ ਕ੍ਰਾਂਤੀਕਾਰੀਆਂ ਨੇ ਉਸ ਸੂਰਤ ਵਿੱਚ ਗਦਰ ਪਾਰਟੀ ਨੂੰ ਚਿਮਟੇ ਵਾਂਗ ਵੀ ਨਹੀਂ ਛੂਹਣਾ ਸੀ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 212 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।